ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਨਾਂ ਲੈ ਰਹੇ ਹੋ ਸੂਰੀ ਦਾ, ਉਹਦੇ ਆਪ ਦੇ ਬੋਲ ਨਹੀਂ ਹੈਗੇ। ਉਹ ਪਿਛਲੇ ਬੰਨੇ ਕੋਈ ਉਹਦੀ ਚਾਬੀ ਹੈ। ਜੇ ਸਿੱਖਾਂ ਦੇ ਨਾਲ ਤੂੰ ਪੰਗਾ ਲੈਣ ਦੀ ਹਿੰਮਤ ਰੱਖਦਾ ਆ ਤੇ ਫਿਰ ਬੰਦੂਕੜੀਆਂ ਵਾਲਿਆਂ ਦਾ ਸਹਾਰਾ ਕਿਉਂ ਲੈਣਾ ਹੈ? ਤੇ ਇਸ ਬੰਦੇ ਦਾ ਸਭ ਤੋਂ ਵੱਡਾ ਜਿਹੜਾ ਫੰਡਾ ਕਲੀਅਰ ਹੋ ਜਾਊਗਾ ਜਿੱਦਣ ਪੁਲਿਸ ਦੀ ਛਤਰੀ ਪਾਸੇ ਹਟ ਗਈ। ਬੋਲਦਾ ਹੀ ਤਾਂ ਆ ਵੀ ਕਿਤੇ ਕੋਈ ਨਾ ਕੋਈ ਬੋਲੇ, ਉਹ ਕਹੂਗਾ ਵੀ ਤੇਰਾ ਸੌਦਾ ਲਾਵਾਂਗੇ। ਆਹ ਤੁਹਾਡੇ ਵਾਲੀ ਇੰਟਰਵਿਊ ਨੂੰ ਜਾ ਕੇ ਰੱਖੂਗਾ ਇਦਾਂ। ਆਹ ਦੇਖੋ ਜੀ, ਕਹਿੰਦੇ ਜੀ ਸਿਰੀ ਨੱਪ ਦੇਣੀ ਆ। ਨਾ ਤੁਸੀਂ ਫੌਜਾਂ ਲੈ ਕੇ ਆਉਣੀਆਂ, ਨਾ ਆਪਾਂ ਫੌਜਾਂ ਲੈ ਕੇ ਆਉਣੀਆਂ। ਇਦਾਂ ਦੇ ਕਿਤੇ ਆ ਜਾਈਏ ਇਦਾਂ ਦਰਿਆ ਜਿਹਾ ਏਰੀਆ 'ਚ ਵਧੀਆ ਜਿਹਾ ਮੈਦਾਨੀ 'ਚ ਆਵਾ ਦੋ ਹੱਥ ਕਰ ਲਈਏ, ਕੰਮ ਨਿਬੇੜੀਏ। ਕੌਮ ਨੂੰ ਤੇ ਹਿੰਦੂ ਕੌਮ ਵੀ ਆਪਦਾ ਕੰਮ ਕਰੇ, ਸਿੱਖ ਵੀ ਕੰਮ ਕਰਨ, ਆਪਾਂ ਵੇਖੀਏ ਕੀ ਹੁੰਦਾ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਤਹਿ ਦਿਲੋਂ ਸਵਾਗਤ ਹੈ। ਦਰਸ਼ਕੋ, ਤੁਹਾਨੂੰ ਪਤਾ ਹੈ ਕਿਸੇ ਨਾ ਕਿਸੇ ਸ਼ਖਸੀਅਤ ਦੇ ਨਾਲ ਤੇ ਕਿਸੇ ਨਾ ਕਿਸੇ ਮੁੱਦੇ ਦੇ ਦੁਆਰਾ ਤੁਹਾਡੇ ਰੂਬਰੂ ਹੋ ਜਾਣਾ ਵਾ। ਅਨੇਕਾਂ ਥਾਵਾਂ ਹੁੰਦੀਆਂ ਨੇ, ਅਨੇਕਾਂ ਟਿਕਾਣੇ ਹੁੰਦੇ ਨੇ। ਕਈ ਵਾਰੀ ਅਸੀਂ ਮੋਟਰਾਂ ਤੋਂ ਵੀ ਲਾਈਵ ਹੋ ਜਾਂਦੇ ਹਾਂ, ਕਈ ਵਾਰੀ ਦਰਿਆਵਾਂ ਦੇ ਕੰਢਿਆਂ ਤੋਂ। ਜਿਵੇਂ ਤੁਸੀਂ ਵੇਖ ਰਹੇ ਹੋ, ਦਰਿਆ ਦਾ ਕੰਢਾ ਹੈ ਤੇ ਦਰਿਆ ਦੇ ਕੰਢੇ ਦੇ ਉੱਪਰ ਵੀਰ ਸੁਖਜੀਤ ਸਿੰਘ ਜੀ ਖੋਸਾ, ਜੋ ਪਿਛਲੇ ਦਿਨਾਂ ਦੇ ਅੰਦਰ ਵੀ ਕਾਫੀ ਸਰਗਰਮ ਦਿਸੇ ਨੇ, ਉਹਨਾਂ ਦੇ ਨਾਲ ਤੁਹਾਡੀ ਸਾਂਝ ਪਾਉਣ ਜਾ ਰਿਹਾ ਮੈਂ। ਮੁੱਦਾ ਸਾਡੇ ਕੋਲ ਬੜਾ ਅਹਿਮ ਹੈ। ਪਿਛਲੇ ਦਿਨਾਂ ਦੇ ਵਿੱਚ ਸੂਰੀ ਜੋ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਹੈ ਤੇ ਉਹਦੇ ਮੂੰਹ ਦੇ ਵਿੱਚੋਂ ਕਦੀ ਬੋਲ ਨਹੀਂ ਨਿਕਲਦੇ, ਅਕਸਰ ਉਹਦੇ ਮੂੰਹ ਦੇ ਵਿੱਚੋਂ ਅੱਗ ਨਿਕਲਦੀ ਹੈ। ਹੁਣ ਤੁਹਾਡੇ ਮਨ ਦੇ ਵਿੱਚ ਖਿਆਲ ਆਵੇਗਾ ਵੀ ਅੱਗ ਕਿਸ ਪ੍ਰਕਾਰ ਦੀ। ਬੜੀ ਵਾਰੀ ਆ ਜਾਂਦਾ, ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਜੇ ਇਹ ਬਿਆਨ ਕਿਸੇ ਦਸਤਾਰਧਾਰੀ ਪੱਗ ਵਾਲਾ ਦੇ ਦੇਵੇ ਤੇ ਕਈ ਪ੍ਰਕਾਰ ਦੇ ਮੁੱਦੇ ਬਣ ਜਾਂਦੇ ਨੇ, ਕਈ ਪ੍ਰਕਾਰ ਦੇ ਕਾਨੂੰਨ ਲੱਗਣ ਦੀਆਂ ਤਿਆਰੀਆਂ ਹੋ ਜਾਂਦੀਆਂ ਨੇ। ਪਰ ਜੇ ਇਹੀ ਬਿਆਨ ਸੂਰੀ ਵਰਗਾ ਬੰਦਾ ਦੇ ਦੇਵੇ ਤੇ ਮੇਰੇ ਖਿਆਲ ਦੇ ਵਿੱਚ ਕਦੀ ਵੀ ਕੁਝ ਨਹੀਂ ਹੁੰਦਾ, ਜੋ ਪਿਛਲੇ ਦਿਨਾਂ ਵਿੱਚ ਆਪਾਂ ਸਾਰਾ ਕੁਝ ਵੇਖ ਚੁੱਕੇ ਹਾਂ। ਜਥੇਬੰਦੀਆਂ ਦੇ ਜ਼ੋਰ ਪਾਉਣ ਦੇ ਉੱਪਰ ਪਰਚਾ ਤਾਂ ਦਰਜ ਹੋ ਗਿਆ, ਪਰ ਮੈਨੂੰ ਲੱਗਦਾ ਨਹੀਂ ਵੀ ਇਸ ਤੋਂ ਬਾਅਦ ਅਗਲੇਰੀ ਕਾਰਵਾਈ ਵੀ ਕੋਈ ਹੋਵੇਗੀ ਔਰ ਸਖਤ ਕਾਰਵਾਈ, ਕਰੜੀ ਕਾਰਵਾਈ ਵੀ ਹੋਵੇਗੀ, ਐਸਾ ਲੱਗਦਾ ਨਹੀਂ ਪਿਆ। ਚਲੋ ਖੈਰ, ਆਓ ਆਪਾਂ ਗੱਲਬਾਤ ਕਰਦੇ ਹਾਂ। ਮੇਰੇ ਨਾਲ ਦੇ ਵੀਰ ਸੁਖਜੀਤ ਸਿੰਘ ਖੋਸਾ ਜੀ, ਜੋ ਪੰਥ ਦਰਦੀ ਨੇ, ਪੰਥ ਦਾ ਦਰਦ ਰੱਖਦੇ ਨੇ। ਆਓ ਇਹਨਾਂ ਦੇ ਕੋਲ ਇਸ ਮੁੱਦੇ ਦੇ ਬਾਰੇ ਪੂਰੀ ਜਾਣਕਾਰੀ ਲੈਂਦੇ ਹਾਂ ਵੀ ਆਖਰਕਾਰ ਕਿਹੜੀ ਐਸੀ ਸ਼ਕਤੀ ਹੈ ਜਿਹੜੀ ਇਹਨਾਂ ਨੂੰ ਇਸ ਤਰ੍ਹਾਂ ਬੋਲਣ ਦੀ ਪਰਮਿਸ਼ਨ ਦਿੰਦੀ ਹੈ। ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਾਡੇ NRI ਭਰਾ ਸਾਡਾ ਆਪਣਾ ਅੰਗ ਚੇਤੇ ਰੱਖਿਆ ਜੇ ਉਹਨਾਂ ਦੀਆਂ ਧੀਆਂ ਭੈਣਾਂ ਦੇ ਪ੍ਰਤੀ। ਵੈਸੇ ਮੈਂ ਇਹ ਸ਼ਬਦ ਵੀ ਨਾ ਵਰਤਾਂ ਵੀ ਉਹਨਾਂ ਦੀਆਂ ਧੀਆਂ ਭੈਣਾਂ, ਕਿਉਂਕਿ ਮੈਨੂੰ ਗੁਰੂ ਨੇ ਐਸੀਆਂ ਚੀਜ਼ਾਂ ਨਹੀਂ ਸਿਖਾਈਆਂ। ਮੇਰੇ ਗੁਰੂ ਦਾ ਬੋਲ ਹੈ, ਪਰ ਬੇਟੀ ਕੋ ਬੇਟੀ ਜਾਣਾ ਹੈ, ਵੀ ਕੋਈ ਵੀ ਧੀ ਹੋਵੇ ਉਹਨੂੰ ਆਪਣੀ ਧੀ ਕਰਕੇ ਜਾਣੋ। ਪਰ ਪਿਛਲੇ ਦਿਨਾਂ ਦੇ ਵਿੱਚ ਜੋ ਸੂਰੀ ਦੇ ਬਿਆਨ ਆਏ, ਮੇਰੇ ਖਿਆਲ ਦੇ ਵਿੱਚ ਉਹ ਤੁਹਾਨੂੰ ਸੁਣਾਉਣੇ ਵੀ ਔਖੇ ਹੋ ਜਾਣੇ ਨੇ, ਪਰਿਵਾਰ ਵਿੱਚ ਬੈਠ ਕੇ ਸੁਣੇ ਨਹੀਂ ਜਾ ਸਕਦੇ। ਪਰ ਕਾਫੀ ਵੀਰਾਂ ਤੇ ਭੈਣਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਉਹ ਬਿਆਨ ਸੁਣੇ। ਉਸ ਤੋਂ ਬਾਅਦ ਪੰਥਕ ਜਥੇਬੰਦੀਆਂ ਹਰਕਤ ਵਿੱਚ ਆਈਆਂ। ਸਾਡੇ ਕੁਛ ਕੁ ਹਿੰਦੂ ਭਰਾ, ਮੈਂ ਸ਼ਬਦ ਇੱਥੇ ਫਿਰ ਵਰਤਾਂਗਾ, ਕੁਛ ਕੁ ਹਿੰਦੂ ਭਰਾ ਵੀ ਹਰਕਤ ਵਿੱਚ ਆਏ। ਉਹਨਾਂ ਨੇ ਕਹਿ ਦਿੱਤਾ ਵੀ ਨਹੀਂ, ਸਾਡਾ 9 ਮਾਸ ਦਾ ਰਿਸ਼ਤਾ ਹੈ, ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਦੀ ਬਰਦਾਸ਼ਤ ਨਹੀਂ ਕਰਾਂਗੇ। ਉਹਨਾਂ ਨੇ ਸੂਰੀ ਨੂੰ ਲੱਖ 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 ਲਾਹਨਤਾਂ ਵੀ ਪਾਈਆਂ। ਪਰ ਆਓ ਇਸ ਮਾਮਲੇ ਦੇ ਉੱਪਰ ਆਪਾਂ ਜਾਣਕਾਰੀ ਲਈਏ ਵੀ ਹੁਣ ਤੱਕ ਮਾਮਲਾ ਕਿੱਥੇ ਤੱਕ ਅਪੜਿਆ, ਕਿਹੜੀ ਸ਼ਕਤੀ ਐਸਾ ਬੋਲਣ ਦੇ ਉੱਪਰ ਉਹਨੂੰ ਮਜਬੂਰ ਕਰਦੀ ਹੈ। ਆਓ ਆਪਾਂ ਜਾਣਦੇ ਹਾਂ। ਸਭ ਤੋਂ ਪਹਿਲਾਂ ਪ੍ਰੋਗਰਾਮ ਦਾ ਹਿੱਸਾ ਬਣ ਰਹੇ ਵੀਰ ਸੁਖਜੀਤ ਸਿੰਘ ਖੋਸਾ ਜੀ ਦਾ ਸਵਾਗਤ ਹੈ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਜੀਤ ਸਿੰਘ ਜੀ, ਪਿਛਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੀ ਧਰਤੀ, ਜਿਸ ਧਰਤੀ ਨੂੰ ਮੇਰੇ ਗੁਰੂਆਂ ਨੇ ਆਪ ਵਸਾਇਆ ਔਰ ਅਨੇਕਾਂ ਕਾਰੀਗਰਾਂ ਨੂੰ ਲਿਆਂਦਾ, ਜਿਹੜੇ ਅਨੇਕਾਂ ਜਾਤਾਂ, ਅਨੇਕਾਂ ਮਜ਼ਹਬ, ਅਨੇਕਾਂ ਧਰਮਾਂ ਦੇ ਨਾਲ ਰਿਲੇਟਡ ਸਨ, ਅਨੇਕਾਂ ਬੋਲੀਆਂ ਸੀ, ਅਨੇਕਾਂ ਉਹਨਾਂ ਦੇ ਧਾਰਮਿਕ ਚਿੰਨ੍ਹ ਸੀ। ਪਰ ਮੇਰੇ ਗੁਰੂ ਨੇ ਕੋਈ ਅੰਤਰ ਨਹੀਂ। ਪਾਤਸ਼ਾਹ ਕਹਿੰਦੇ ਵੀ ਸ਼ਹਿਰ ਨੂੰ ਵਸਾਉਣਾ, ਇੱਕ ਗੁਲਦਸਤਾ ਬਣਾ ਕੇ ਵਸਾਵਾਂਗੇ। ਤੇ ਉਸ ਸ਼ਹਿਰ ਦੇ ਵਿੱਚ ਬੈਠਾ ਹੋਇਆ ਇੱਕ ਸੂਰੀ ਨਾਮ ਦਾ ਸ਼ਖਸ ਸਿੱਖਾਂ ਦੀਆਂ ਧੀਆਂ ਭੈਣਾਂ ਦੇ ਪ੍ਰਤੀ ਬੜੀ ਗੰਦੀ ਭੱਦੀ ਸ਼ਬਦਾਵਲੀ ਵਰਤਦਾ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਕੁਝ ਤਾਂ ਅਸੀਂ ਜਿਹੜਾ ਬੋਲਦੇ ਹਾਂ, ਅਸੀਂ ਸਾਡੀ ਜਿਹੜੀ ਆਵਾਜ਼ ਆ, ਇਹ ਪਰਮਾਤਮਾ ਦੀ ਕਿਰਪਾ ਨਾਲ ਸਾਡੀ ਆਵਾਜ਼ ਨਿਕਲਦੀ ਹੈ ਬਾਹਰ, ਤੇ ਅਸੀਂ ਉਹਨੂੰ ਭੁੱਲ ਜਾਂਦੇ ਹਾਂ ਰੱਬ ਨੂੰ। ਚਾਹੇ ਉਹ ਕੋਈ ਕ੍ਰਿਸ਼ਨ ਦੇ ਰੂਪ ਵਿੱਚ ਮੰਨਦਾ ਤੇ ਕੋਈ ਅੱਲਾ ਦੇ ਰੂਪ ਵਿੱਚ ਮੰਨਦਾ, ਮੁਹੰਮਦ ਸਾਹਿਬ ਦੇ ਰੂਪ 'ਚ ਮੰਨਦਾ ਤੇ ਕੋਈ ਗੁਰੂ ਨਾਨਕ ਸਾਹਿਬ ਦੇ ਤੇ ਕੋਈ ਸ਼ਬਦ ਦੇ। ਜਿਹੜੇ ਤੁਸੀਂ ਨਾਂ ਲੈ ਰਹੇ ਹੋ ਸੂਰੀ ਦਾ, ਉਹਦੇ ਆਪ ਦੇ ਬੋਲ ਨਹੀਂ ਹੈਗੇ। ਉਹ
ਪਿਛਲੇ ਬੰਨੇ ਕੋਈ ਉਹਦੀ ਚਾਬੀ ਹੈ। ਅੱਛਾ, ਇਹ ਖਿਡੌਣਾ ਹੈ, ਚਾਬੀ ਵਾਲਾ ਖਿਡੌਣਾ ਹੈ। ਮਤਲਬ ਉਹ ਜਿੱਦਾਂ ਉਹਨੂੰ ਉਹ ਏਜੰਸੀਆਂ ਨਚਾਉਣਾ ਚਾਹੁੰਦੀਆਂ ਨੇ ਉਦਾਂ ਨੱਚਦਾ। ਉਹਦੇ ਜਿਹੜੇ ਗੰਦੇ ਬੋਲ ਜ਼ੁਬਾਨ ਵਿੱਚੋਂ ਨਿਕਲੇ ਨੇ ਉਹ ਕਿਸੇ ਵੀ ਇਨਸਾਫ ਪਸੰਦ ਵਾਸਤੇ, ਕਿਸੇ ਜਾਤੀ ਮਜ਼ਹਬ ਕਿਸੇ 'ਚ ਵੀ ਰਹਿੰਦਾ ਹੋਵੇ ਕੋਈ ਵੀਰ, ਉਹਦੇ ਕੰਨ ਉਹਨੂੰ ਸੁਣ ਨਹੀਂ ਸਕਦੇ ਤੇ ਸੁਣ ਕੇ ਜਰ ਨਹੀਂ ਸਕਦੇ ਜੀ। ਕਿਉਂਕਿ ਉਹਦੇ ਵਿੱਚ ਅਸੀਂ ਦੇਖਿਆ ਵਾ ਕਿ ਕਾਫੀ ਜਿਹੜੇ ਸਾਡੇ ਹਿੰਦੂ ਵੀਰ ਹੈਗੇ ਆ ਜਿਨ੍ਹਾਂ ਦੇ ਅੰਦਰ ਇਨਸਾਨੀਅਤ ਜਿੰਦਾ ਆ ਜੀ, ਉਹਨਾਂ ਨੇ ਇਹਦੇ ਕਬੂਲਾਂ ਦਾ ਵਿਰੋਧ ਕੀਤਾ। ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ। ਪਰ ਇਹ ਜਿਹੜਾ ਆਪਣੇ ਆਪ ਨੂੰ ਹਿੰਦੂ ਕਹਿੰਦਾ ਆ ਤੇ ਜਿਹੜੇ ਲੋਕ ਇਹਦੀ ਸ਼ੈ ਜਿਹੜੇ, ਕਿਉਂਕਿ ਜੇ ਖਾਮੋਸ਼ ਵੀ ਅਸੀਂ ਰਹਿੰਦੇ ਆ ਨਾ ਤੇ ਸਾਡੀ ਖਾਮੋਸ਼ੀ ਵੀ ਅਗਲੇ ਨਾਲ ਸਹਿਮਤੀ ਹੁੰਦੀ ਆ ਜੀ। ਇਹ ਪਿਛਲੇ ਬੰਨੇ ਏਜੰਸੀਆਂ ਜਿਹੜੀਆਂ ਹੈਗੀਆਂ ਆ ਤੇ ਸਾਡੇ ਲੋਕ ਜਿਹੜੇ ਚੁੱਪ ਆ ਉਹ ਸਾਰੇ ਇਹਦੇ ਵਿੱਚ ਦੋਸ਼ੀ ਆ। ਪੁਰਾਣੇ ਜ਼ਮਾਨੇ 'ਚ ਤੁਸੀਂ ਕਹਿੰਦੇ, ਆਪਾਂ ਸੁਣਿਆ ਨਾ, ਕਹਿੰਦੇ ਸੀ ਵੀ ਜਿਹੜਾ ਬੰਦਾ ਅਖਲਾਕ ਤੋਂ ਗਿਰੀ ਗੱਲ ਕਰ ਜਾਵੇ ਸਮਾਜ ਵਿੱਚ ਉਹਦਾ ਹੁੱਕਾ ਪਾਣੀ ਬੰਦ ਹੋ ਜਾਂਦਾ ਜੀ। ਤੇ ਜੇ ਅੱਜ ਇਹ ਜਿਹੜੇ ਲੋਕ ਚੁੱਪ ਬੈਠੇ ਆ, ਕੀ ਗੱਲ ਉਹ ਸਮਾਜ ਦਾ ਹਿੱਸਾ ਨਹੀਂ ਹੈਗੇ? ਕਿ ਉਹਨਾਂ ਦੀਆਂ ਧੀਆਂ ਦੇ ਘਰ ਵਾਲੇ ਜਾਂ ਉਹਨਾਂ ਦੀਆਂ ਨੌਹਾਂ ਦੇ ਜਾਂ ਉਹਨਾਂ ਦੀਆਂ ਬੇਟੀਆਂ ਦੇ ਜਾਂ ਉਹਨਾਂ ਦੇ ਪਰਿਵਾਰ ਦੇ ਜੀ ਫੌਰਨ ਵਿੱਚ ਨਹੀਂ ਗਏ? ਇੱਥੇ ਸੁਰਜੀਤ ਸਿੰਘ ਖੋਸਾ ਜੀ ਮੈਂ ਰੋਕਾਂਗਾ ਤੇ ਦਰਸ਼ਕਾਂ ਦੇ ਨਾਲ ਵੀ ਇੱਕ ਗੱਲ ਦੀ ਸਾਂਝ ਪਾਵਾਂਗਾ ਜੀ। ਕਦੀ ਸਮਾਂ ਹੁੰਦਾ ਸੀ ਜਦੋਂ ਆਮ ਕਰਕੇ ਸਿੱਖ ਪਰਿਵਾਰਾਂ ਦੇ ਬੱਚੇ ਫੌਰਨ ਦੇ ਵਿੱਚ ਜਾਂਦੇ ਸਨ ਜੀ। ਹੁਣ ਪਿਛਲੇ ਕੁਝ ਕੁ ਸਾਲਾਂ ਤੋਂ ਉਹ ਭਾਵੇਂ ਸਾਡੇ ਹਿੰਦੂ ਭਰਾ ਨੇ, ਭਾਵੇਂ ਮੁਸਲਮਾਨ ਭਰਾ ਨੇ, ਭਾਵੇਂ ਈਸਾਈ ਭਰਾ ਨੇ, ਭਾਵੇਂ ਸਿੱਖ ਭਰਾ ਨੇ, ਬੋਧੀ, ਜੈਨੀ, ਕੋਈ ਵੀ ਹੈ, ਕਰੀਬ +2 ਕਰਨ ਤੋਂ ਬਾਅਦ ਕੋਈ ਬੱਚਾ ਇੱਥੇ ਨਹੀਂ ਰਹਿ ਰਿਹਾ, ਸਾਰੇ ਫੌਰਨ ਦੇ ਵਿੱਚ ਜਾ ਰਹੇ ਨੇ, ਬੱਚੇ ਪਲਾਇਨ ਕਰਦੇ ਪਏ ਨੇ। ਜਿਵੇਂ ਨੇ NRI ਭਰਾਵਾਂ ਦੀਆਂ ਧੀਆਂ ਭੈਣਾਂ ਦੀ ਪ੍ਰਤੀ ਗੰਦੀ ਤੇ ਭੱਦੀ ਸ਼ਬਦਾਵਲੀ ਵਰਤੀ ਹੈ। ਇੱਥੇ ਮੀਡੀਆ ਦੇ ਵਿੱਚ ਇੱਕ ਸਵਾਲ ਮੈਂ ਤੁਹਾਡੇ ਤੇ ਕਰਦਾ ਪਿਆ ਵਾਂ ਕਿ ਫੌਰਨ ਦੇ ਵਿੱਚ ਸਿਰਫ ਸਿੱਖ ਹੀ ਗਿਆ, ਹਿੰਦੂ ਭਰਾ ਨਹੀਂ ਗਏ? ਜੇ ਹਿੰਦੂ ਭਰਾ ਵੀ ਗਏ ਨੇ ਤੇ ਉਹਨਾਂ ਧੀਆਂ ਭੈਣਾਂ ਦੇ ਪ੍ਰਤੀ ਇਹਦਾ ਕੀ ਨਜ਼ਰੀਆ ਹੈ? ਇਹ ਗੱਲ ਕਲੀਅਰ ਤੇ ਕਰਨੀ ਚਾਹੀਦੀ ਹੈ। ਵੇਖੋ, ਮੈਂ ਤੁਹਾਡੀ ਇਹੀ ਗੱਲ ਵੱਡੀ ਕਰ ਦਿੰਦਾ ਵਾਂ। ਮੈਂ ਇੱਥੇ ਹੀ ਆਉਣਾ ਚਾਹੁੰਦਾ ਸੀਗਾ ਕਿ ਜਦੋਂ ਉਹ ਬੰਦੇ ਚੁੱਪ ਬੈਠੇ ਨੇ, ਇਹਦਾ ਮਤਲਬ ਉਹ ਦੋ ਸਮਝਦੇ ਨੇ। ਤੇ ਫਿਰ ਇੱਕ ਗੱਲ ਹੈ ਵੀ ਜਿਨ੍ਹਾਂ ਦੇ ਆਪਦੇ ਘਰ ਸ਼ੀਸ਼ੇ ਦੇ ਹੁੰਦੇ ਆ ਉਹ ਕਿਤੇ ਪੱਥਰ ਨਹੀਂ ਮਾਰਦੇ, ਉਹ ਦੂਜੇ ਦੇ ਘਰ ਤੇ ਪੱਥਰ ਨਹੀਂ ਮਾਰਦੇ ਹੁੰਦੇ। ਤੇ ਇਹ ਤੋਂ ਮਤਲਬ ਕੀ ਹੈ? ਸ਼ੀਸ਼ਾ ਤੇ ਪੱਥਰ ਤੋਂ ਕੀ ਮਤਲਬ ਕੱਢਦੇ ਹੋ? ਮਸਲਾ ਕੀ ਆ ਕਿ ਅੱਜ ਤੋਂ ਕੁਝ ਸੈਂਕੜੇ ਕੁ ਸਾਲ ਪਹਿਲਾਂ ਮੈਂ ਇੱਕ ਕਹਾਣੀ ਵਾਪਰਦੀ ਆ। ਕੋਈ ਇੱਥੋਂ ਗਜਨੀ ਦੇ ਬਾਜ਼ਾਰ 'ਚ ਲਿਜਾ ਕੇ ਬੀਬੀਆਂ ਨੂੰ ਵੇਚਦੇ ਸੀ ਕੋਈ ਲੋਕ ਜੀ, ਤੇ ਸਿੱਖ ਛਡਾ ਕੇ ਲਿਆਉਂਦੇ ਸੀ। ਤੇ ਜਿਹੜੇ ਵੇਚਦੇ ਸੀ ਉਹਨਾਂ ਦਾ ਵੀ ਪਤਾ, ਤੇ ਸਿੱਖ ਛਡਾ ਕੇ ਲਿਆਉਂਦੇ ਸੀ ਹੈ ਕਿਹਨਾਂ ਦੀਆਂ? ਜਿਹੜੇ ਅੱਜ ਬਕਵਾਸ ਕਰਦਾ ਆ ਇਹਨਾਂ ਦੀਆਂ ਸੀ ਬੱਚੀਆਂ। ਉਹ ਸੂਰੀ, ਆਪਦੀਆਂ ਦਾਦੀਆਂ ਪੜਦਾਦੀਆਂ ਜਾਂ ਆਪਦਾ ਇਤਿਹਾਸ ਖੋਲ ਕੇ ਵੇਖ, ਸਿੱਖਾਂ ਨੇ ਬਾ ਇੱਜ਼ਤ ਇਹਨਾਂ ਦਸਤਾਰਾਂ ਨਾਲ ਉਹਨਾਂ ਦੀ ਪੱਤ ਢੱਕ ਕੇ ਲਿਆ ਕੇ ਤੁਹਾਡੇ ਘਰਾਂ 'ਚ ਪਹੁੰਚਾਈਆਂ। ਤੇ ਤੂੰ ਅੱਜ ਕੋਬਰਾ ਸੱਪ ਬਣ ਕੇ ਜ਼ਹਿਰ ਉਗਲਣ ਲੱਗਿਆ ਹੋਇਆ। ਪਰਚਾ ਕਰਾਉਣਾ ਕੋਈ ਹੱਲ ਨਹੀਂ ਹੈ। ਧੰਨਵਾਦ ਆ ਵੈਸੇ ਜਿਹੜੇ ਵੀਰਾਂ ਨੇ ਕਰਾਇਆ ਆ ਜੀ, ਪਰ ਸੱਪ ਦੀ ਸਿਰੀ ਫੇ ਦੇਣੀ ਚੰਗੀ ਗੱਲ ਆ। ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮੰਨਤੇ ਹੁੰਦੇ। ਮੈਂ ਇਹ ਗੱਲ ਕਹਿਣੀ ਨਹੀਂ ਸੀ ਚਾਹੁੰਦਾ। ਚਲੋ ਅੱਜ ਤੁਹਾਡਾ ਸਬੱਬ ਬਣ ਗਿਆ। ਅਸੀਂ ਮਨ ਵਿੱਚ ਕੁਝ ਰੱਖ ਕੇ ਬੈਠੇ ਆ ਕਿ ਐਡਾ ਢੀਠ ਅਸੀਂ ਹੋ ਗਏ। ਸਾਨੂੰ 9 ਮਾਸ ਦੇ ਰਿਸ਼ਤਾ ਵੀ ਕਹੀ ਜਾਂਦੇ ਆ ਤੇ ਦੂਜੇ ਪਾਸੇ ਉਹਨੂੰ Z+ ਸਿਕਿਉਰਿਟੀ ਵੀ ਦੇਈ ਜਾਂਦੇ ਆ। ਉਹਦੀਆਂ ਤੁਸੀਂ ਸਟੇਟਮੈਂਟਾਂ ਪੜ੍ਹੀਆਂ ਕਿਤੇ? ਉਹ ਕਹਿੰਦਾ ਜੀ ਮੈਨੂੰ ਪੰਜਾਬ ਪੁਲਿਸ ਤੇ ਯਕੀਨ ਨਹੀਂ ਹੈਗਾ, ਪੰਜਾਬ ਪੁਲਿਸ ਤੇ ਉਹਨੂੰ ਵਿਸ਼ਵਾਸ ਹੈ ਨਹੀਂ, ਤੇ ਉਹ CRP ਦੀ ਮੰਗ ਕਰਦਾ ਫਿਰਦਾ ਹੋਇਆ ਤੇ ਬੋਲਦਾ ਸਿੱਖਾਂ ਦੀਆਂ ਬੱਚੀਆਂ ਨੂੰ ਆ ਜੀ। ਜੇ ਸਿੱਖਾਂ ਦੇ ਨਾਲ ਤੂੰ ਪੰਗਾ ਲੈਣ ਦੀ ਹਿੰਮਤ ਰੱਖਦਾ ਆ ਤੇ ਫਿਰ ਬੰਦੂਕੜੀਆਂ ਵਾਲਿਆਂ ਦਾ ਸਹਾਰਾ ਕਿਉਂ ਲੈਣਾ ਆ? ਫਿਰ ਬਾਹਰ ਆ ਯਾਰ। ਮੇਰੇ ਖਿਆਲ ਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮੰਨਤੇ, ਪਰ ਜੇ ਕਾਨੂੰਨ ਆਪਣਾ ਕੰਮ ਸੁਚੱਜੇ ਢੰਗ ਦੇ ਨਾਲ ਕਰੇ ਤੇ ਮੇਰੇ ਖਿਆਲ ਦੇ ਵਿੱਚ ਇਸ ਤਰ੍ਹਾਂ ਦੇ ਤੁਹਾਨੂੰ ਬਿਆਨ ਦੇਣ ਦੀ ਲੋੜ ਨਹੀਂ। ਕਾਨੂੰਨ ਜੇ ਹੁਣ ਕੋਈ ਸਿੱਖ ਬੱਚਾ
ਜੀ ਜਾਂ ਤੁਸੀਂ ਜਾਂ ਮੈਂ ਜਾਂ ਕੋਈ ਥਰਡ ਪਰਸਨ, ਵੈਸੇ ਅਸੀਂ ਇਖਲਾਕ ਤੋਂ ਕਦੀ ਡਿੱਗਾਂਗੇ ਨਹੀਂ ਔਰ ਇਖਲਾਕ ਤੋਂ ਗਿਰੀ ਗੱਲ ਨਹੀਂ ਕਰਾਂਗੇ, ਕਿਉਂਕਿ ਅਸੀਂ ਇੱਕ ਸਮਾਜਿਕ ਪ੍ਰਾਣੀ ਆ। ਜੇ ਸਮਾਜ ਦੇ ਵਿੱਚ ਰਹਿ ਰਹੇ ਹਾਂ, ਅਸੀਂ ਸੱਭਿਅਕ ਸਮਾਜ ਦਾ ਹਿੱਸਾ ਹਾਂ। ਜੇ ਅਸੀਂ ਸੱਭਿਅਕ ਸਮਾਜ ਦੇ ਹਿੱਸੇ ਤੋਂ ਬਾਹਰ ਜਾਂਦੇ ਹਾਂ ਤਾਂ ਅਸੀਂ ਸੁਸਾਇਟੀ ਦਾ ਅੰਗ ਕਦੀ ਨਹੀਂ ਬਣ ਸਕਦੇ। ਅਸੀਂ ਸੁਸਾਇਟੀ ਦਾ ਅੰਗ ਬਣਨਾ ਹੈ। ਜੇ ਇਹ ਗੱਲ ਤੁਸੀਂ ਜਾਂ ਮੈਂ ਕੀਤੀ ਹੁੰਦੀ ਤੇ ਤੁਹਾਨੂੰ ਹੁਣ ਤੱਕ ਕਿਹੜੇ ਲੱਗਦੀਆਂ ਵੀ ਧਾਰਾਵਾਂ ਸਾਡੇ ਤੇ ਲੱਗੀਆਂ ਹੁੰਦੀਆਂ, ਅੰਦਾਜ਼ਾ ਲਾਇਆ ਜੇ, ਤੇ ਗ੍ਰਿਫਤਾਰੀ ਕਦੋਂ ਦੀ ਹੋਈ ਹੁੰਦੀ? ਦੇਖੋ, ਪਹਿਲੀ ਗੱਲ ਤੇ ਅਸੀਂ ਸਿੱਖ ਹਾਂ, ਅਸੀਂ ਇਹ ਗੱਲ ਕਹਿੰਦੇ ਹੀ ਨਹੀਂ। ਸਾਡਾ ਗੁਰੂ ਕਹਿੰਦਾ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣ ਜੀ, ਅਸੀਂ ਕਰਨੀ ਨਹੀਂ। ਅਸੀਂ ਤਾਂ ਇੰਨੀ ਕੀ ਗੱਲ ਕਹਿੰਦੇ ਆ ਵੀ ਰਾਜ ਕਰੇਗਾ ਖਾਲਸਾ, ਤੇ ਉਹ ਇੰਨਾ ਬਕਵਾਸ ਕਰਦਾ, ਉਹ ਮੂੰਹ ਖੋਲ ਨਹੀਂ ਰਿਹਾ, ਉਹਨੂੰ ਮੂੰਹ ਖਲਵਾਇਆ ਜਾ ਰਿਹਾ। ਉਹਦੇ ਤੇ ਦੰਗੇ ਭੜਕਾਉਣ ਦੀ ਨਹੀਂ ਧਾਰਾ ਲੱਗ ਸਕਦੀ, ਉਹ ਨਫ਼ਰਤ ਫੈਲਾਉਣ ਦੀ ਧਾਰਾ ਨਹੀਂ ਲੱਗ ਸਕਦੀ। ਭੜਕਾ ਰਿਹਾ, ਦੰਗੇ ਭੜਕਾ ਰਿਹਾ। ਉਹਦੇ ਬੋਲਣ ਦੇ ਨਾਲ ਸਿੱਖ ਉਸਕਦੇ ਆ। ਮੇਰੇ ਮੂੰਹ ਚੋਂ ਵੀ ਗੱਲ ਨਿਕਲੀ ਆ ਨਾ, ਕੱਲ ਨੂੰ ਇਸ ਗੱਲ ਨੂੰ ਕੋਈ ਪ੍ਰੈਕਟੀਕਲ ਇਲਜ਼ਾਮ ਦੇ ਦਿੰਦਾ, ਉਹਦੇ ਜਾ ਕੇ ਪੋਪੜ 'ਚ ਮਾਰ ਦਿੰਦਾ ਕੁਝ, ਤੇ ਫਿਰ ਉਹ ਘਰ ਦਾ ਬਰਬਾਦ ਕਰੂਗੀ। ਫਿਰ ਇਹਨੂੰ ਰੰਗਤ ਦਿੱਤੀ ਜਾਊਗੀ ਜੀ, ਹਿੰਦੂਆਂ ਤੇ ਸਿੱਖਾਂ ਦੇ ਵਿੱਚ ਪਾੜ ਪੈ ਗਿਆ। ਤੇ ਸ਼ੁਰੂਆਤ ਕੌਣ ਕਰ ਰਿਹਾ? ਅੱਜ ਸਿੱਖ ਬੱਚੇ ਨੇ ਕਦੇ ਕਿਸੇ ਨੇ ਕੋਈ ਗੱਲ ਕੀਤੀ ਆ, ਜਾਂ ਕਿਸੇ ਸਿੱਖ ਪ੍ਰਚਾਰਕ ਨੇ ਗੱਲ ਕੀਤੀ ਆ? ਅਸੀਂ ਅੱਜ ਤੱਕ, ਮੈਂ ਖੁਦ ਵੀ ਆਪਣੀ ਫੇਸਬੁੱਕ ਤੇ ਜਾਂ ਦੂਜਾ ਤੀਜਾ ਕਦੇ ਬੋਲਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਇਹ ਤਾਂ ਇੱਕ ਝੱਖ ਮਾਰਦਾ ਪਾਗਲ ਬੰਦਾ ਹੈ, ਪਰ ਦਰਦ ਬੜਾ ਹੁੰਦਾ। ਅੱਜ ਤੁਸੀਂ ਇਹ ਮੁੱਦਾ ਛੇੜਿਆ ਕਰਕੇ ਤੇ ਮੈਂ ਸਾਰੀ ਗੱਲ ਕਰਦਾ ਵਾਂ ਕਿ ਉਹ ਬੋਲ ਨਹੀਂ ਰਿਹਾ, ਉਹਨੂੰ ਬੋਲਣ ਦੀ ਖੁੱਲ੍ਹ ਦਿੱਤੀ ਜਾ ਰਹੀ ਆ, ਤੇ ਆਸਾਨ ਫਰਾਮੋਸ਼ੀ ਕਰ ਰਹੇ ਨੇ ਜਿਹੜੇ ਚੁੱਪ ਨੇ ਜੀ। ਆਸਾਨ ਫਰਾਮੋਸ਼ ਬਣ ਰਹੇ ਨੇ ਉਹ ਜਿਹੜੇ ਚੁੱਪ ਨੇ, ਕਿਉਂਕਿ ਅਸੀਂ ਕਦੇ ਵੀ ਇਹਨਾਂ ਨੇ ਬਹੂ ਬੇਟੀਆਂ ਤੇ ਛਡਾਉਣੀਆਂ ਸੀ। ਅਸੀਂ ਕੱਚੇ ਧਾਗਿਆਂ ਦੀ ਵੀ ਰਾਖੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਨੇ ਕੀਤੀ ਆ, ਤੇ ਜਿਹੜੇ ਸੱਚੇ ਹਿੰਦੂ ਆ ਜੇ ਚੁੱਪ ਆ ਤੇ ਉਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਦੇ ਵੀ ਦੇਣਦਾਰ ਆ। ਇਹ ਜਿਹੜੀ ਔਲਾਦ ਆ, ਜਿਹੜੀ ਬੱਚੀਆਂ ਵਾ, ਉਹਨਾਂ ਦੀਆਂ ਬੱਚੀਆਂ ਵਾ, ਉਹਨਾਂ ਦੀ ਅੰਸ਼ ਬੰਸ ਆ ਇਹ ਜਿਹੜੀਆਂ ਬੱਚੀਆਂ। ਤੇ ਅੱਜ ਇਹ ਐਡਾ ਇਹਦੇ ਅੰਦਰ ਕੀ ਚੱਲਦਾ ਹੋਊਗਾ? ਜਿਹੜਾ ਜ਼ਬਾਨ ਆ ਉਹ ਅੰਦਰ ਚੱਲਦਾ। ਦੇਖੋ, ਕੜਛੀ ਤੇ ਉਹੀ ਵਰਤਾਏਗੀ ਨਾ ਜੋ ਭਾਂਡੇ ਦੇ ਵਿੱਚ ਹੁੰਦਾ ਹੈ। ਜਿਹੜਾ ਭਾਂਡੇ ਦੇ ਵਿੱਚ ਜੋ ਹੈ ਉਹੀ ਜ਼ਬਾਨ ਰੂਪੀ ਕੜਛੀ ਦੇ ਰਾਹੀਂ ਬਾਹਰ ਆ ਰਿਹਾ। ਬਿਲਕੁਲ, ਇਹ ਗੁਰੂਆਂ ਪੀਰਾਂ ਦੀ ਧਰਤੀ ਹੈਗੀ ਆ ਜੀ, ਇਹ ਪਾਕ ਪਵਿੱਤਰ ਧਰਤੀ ਆ, ਤੇ ਇਹੋ ਜਿਹਾ ਗੰਦਾ ਬੰਦਾ, ਇਹੋ ਜਿਹਾ ਗੰਦਾ ਅੰਸਰ ਸ੍ਰੀ ਦਰਬਾਰ ਸਾਹਿਬ ਵਰਗੀ ਧਰਤੀ ਤੇ ਰਹਿ ਰਿਹਾ ਵਾ। ਇਹ ਹਿੰਦੂ ਵੀਰ ਤਹਈਆ ਕਰਨ, ਇਕੱਠੇ ਹੋ ਕੇ ਇਹਨੂੰ ਧੱਕਾ ਦੇ ਕੇ ਕਿਤੇ ਸੱਟ ਕੇ ਹੁਣ ਜਿੱਥੇ ਦਾ ਹੈ ਲੈ ਕੇ, ਜੇ ਇਹ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਦੇ ਕਰਜ਼ਾ ਲਾਉਣਾ ਚਾਹੁੰਦੇ ਆ, ਤੇ ਜੇ ਨਹੀਂ ਤੇ ਫੇਰ ਭਾਈ ਫਿਰ ਅਸੀਂ ਕਹਾਂਗੇ ਚੋਰਾਂ ਨਾਲ ਕੁੱਤੀ ਰਲੀ ਹੋਈ ਹੈ। ਬਿਲਕੁਲ ਜੀ, ਤੁਸੀਂ ਆਪਣੇ ਅੰਦਾਜ਼ ਦੇ ਵਿੱਚ ਗੱਲ ਕੀਤੀ ਹੈ। ਸੋ ਦੋਸਤੋ, ਇੱਥੇ ਮੈਂ ਛੋਟੀ ਜਿਹੀ ਗੱਲ ਕਰਨੀ ਚਾਹਾਂਗਾ। ਜਦੋਂ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ, ਠੀਕ ਹੈ, ਉਸ ਨੂੰ ਅਨੇਕ ਤਰੀਕੇ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ। ਫਿਰ ਮੈਂ ਕਈ ਵਾਰੀ ਕਹਿਣਾ ਹੁੰਦਾ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਨੂੰ ਹਿਊਮਨ ਰਾਈਟਸ ਦੀ ਅੱਖ ਦੇ ਨਾਲ ਦੇਖਿਆ ਜਾਵੇ, ਮਨੁੱਖੀ ਹੱਕਾਂ ਦੀ ਅੱਖ ਨਾਲ ਦੇਖਿਆ ਜਾਵੇ, ਫਰੀडम ਆਫ ਸਪੀਚ ਦੀ ਅੱਖ ਦੇ ਨਾਲ ਦੇਖਿਆ ਜਾਵੇ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਹਿੰਦੇ ਨਹੀਂ, ਧਰਮ ਸੁਤੰਤਰਤਾ ਹੈ, ਤੁਹਾਨੂੰ ਆਪਣੇ ਧਾਰਮਿਕ ਚਿੰਨ੍ਹ ਪਹਿਨਣ ਦਾ ਅਧਿਕਾਰ ਹੈ, ਆਪਣੇ ਇਸ਼ਟ ਦੇਵ ਦੀ ਪੂਜਾ ਕਰਨ ਦਾ ਅਧਿਕਾਰ ਹੈ, ਤੇ ਕਿਸੇ ਵੀ ਰਾਜੇ ਜਾਂ ਹਾਕਮ ਨੂੰ ਇਹ ਅਧਿਕਾਰ ਨਹੀਂ ਹੈ ਕਿ ਤੁਹਾਨੂੰ ਜ਼ਬਰਦਸਤੀ ਧਰਮ ਤਬਦੀਲ ਕਰਵਾਇਆ ਜਾਵੇ, ਜ਼ਬਰਦਸਤੀ ਤੁਹਾਡੇ ਧਾਰਮਿਕ ਚਿੰਨ੍ਹ ਉਤਾਰੇ ਜਾਣ, ਜਾਂ ਤੁਹਾਡੀ ਬੋਲਣ ਦੀ ਆਜ਼ਾਦੀ ਜਿਹੜੀ ਖਤਮ ਕੀਤੀ ਜਾਵੇ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਹਿੰਦੇ ਮੈਂ ਤੁਹਾਡੀ ਆਵਾਜ਼ ਬਣਾਂਗਾ। ਤੇ ਸੱਚਮੁੱਚ ਅੱਜ ਵੀਰ ਸੁਖਜੀਤ ਸਿੰਘ ਖੋਸਾ ਨੇ ਜਿਹੜੀ ਗੱਲ ਕੀਤੀ ਹੈ ਵੀ ਜੇ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਭਾਰਤ ਦੇ ਲੋਕ ਕਰਜ਼ਾ ਲਾਉਣਾ ਚਾਹੁੰਦੇ ਨੇ, ਭਾਵੇਂ ਪਿਛਲੇ ਸਮੇਂ ਦੇ ਅੰਦਰ ਸਾਡੇ ਕੁਝ ਹਿੰਦੂ ਭਰਾਵਾਂ ਨੇ, ਮੈਂ ਸ਼ਬਦ ਇੱਥੇ ਬੜਾ ਸਤਿਕਾਰ ਦੇ ਨਾਲ ਵਰਤਾਂਗਾ, ਇੱਕ ਯਾਤਰਾ ਕੱਢੀ ਸੀ ਬੜੀ ਪਿਆਰੀ ਜਿਹਦਾ ਨਾਮ ਸੀ ਰਿਨ ਉਤਾਰ। ਮੈਂ ਕਈ ਵਾਰੀ ਸੋਚਦਾ ਹੁੰਦਾ ਸੀ ਵੀ ਰਿਨ ਉਤਾਰ, ਰਿਨ ਦੇ ਅਰਥ ਹੁੰਦੇ ਨੇ ਕਰਜ਼ਾ ਤੇ ਰਿਣੀ ਦੇ ਅਰਥ ਹੁੰਦੇ ਨੇ ਕਰਜ਼ਾਈ। ਜਿਵੇਂ ਆਪਾਂ ਕਿਸੇ ਨੂੰ ਕਹਿ ਦਿੰਦੇ ਹਾਂ ਮੈਂ ਤੁਹਾਡਾ ਰਿਣੀ ਆ ਜੀ, ਮੈਂ ਤੁਹਾਡਾ ਰਿਣੀ ਆ, ਇਹਦੇ ਅਰਥ ਨੇ ਵੀ ਮੈਂ ਤੁਹਾਡਾ ਕਰਜ਼ਾਈ ਆ, ਤੁਹਾਡੇ ਪਿਆਰ ਤੁਹਾਡੇ ਅਦਬ ਦਾ ਕਰਜ਼ਾਈ ਆ, ਤੁਹਾਡੀ ਦਿੱਤੀ ਹੋਈ ਇੱਜ਼ਤ ਦਾ ਮੈਂ ਕਰਜ਼ਾਈ ਆ। ਤੇ ਇਹਨਾਂ ਵੀਰਾਂ ਨੇ ਇੱਕ ਯਾਤਰਾ ਕੱਢੀ ਸੀ ਜਿਹਦਾ ਨਾਮ ਸੀ ਰਿਨ ਉਤਾਰ ਯਾਤਰਾ। ਮੈਂ ਪੁੱਛਿਆ, ਕਾਫੀ ਲੰਮਾ ਸਮਾਂ ਪਹਿਲਾਂ ਦੀ ਗੱਲ ਹੈ, ਮੈਂ ਕਿਹਾ ਜੀ ਇਹ ਰਿਨ ਉਤਾਰ ਯਾਤਰਾ ਕਿਵੇਂ ਨਿਕਲੀ ਹੈ? ਕਹਿੰਦੇ ਜੀ ਦੇਖੋ, ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਸਾਡੀ ਆਵਾਜ਼ ਬਣੇ, ਸਾਡੇ ਧਰਮ ਨੂੰ ਬਚਾਉਣ ਦੀ ਖਾਤਰ ਆਪਣਾ ਬੜਾ ਵੱਡਾ ਬਲਿਦਾਨ ਦਿੱਤਾ। ਭਾਵੇਂ ਉਦੋਂ ਵੀ ਉਸ ਸ਼ਹਾਦਤ, ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਨੂੰ ਮੈਂ ਅਕਸਰ ਕਹਿਣਾ ਹੁੰਦਾ ਵੀ ਮਨੁੱਖੀ ਹੱਕਾਂ ਦੀ ਅੱਖ ਦੇ ਨਾਲ ਵੇਖੋ, ਹਿਊਮਨ ਰਾਈਟਸ ਦੀ ਅੱਖ ਦੇ ਨਾਲ ਦੇਖੋ ਕਿ ਉਸ ਸਮੇਂ ਕਿਹਨਾਂ ਦੇ ਹੱਕਾਂ ਦੇ ਉੱਪਰ ਡਾਕਾ ਪੈ ਰਿਹਾ ਸੀ। ਗੱਲ ਬੜੀ ਕਲੀਅਰ ਹੈ ਸਾਡੇ ਹਿੰਦੂ ਭਰਾਵਾਂ ਦੇ, ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਬਲਿਦਾਨ ਦਿੱਤਾ। ਕੁਝ ਕੁ ਹਿੰਦੂ ਭਰਾਵਾਂ ਨੇ ਇਸ ਗੱਲ ਨੂੰ ਸੋਚਿਆ ਤੇ ਕਹਿ ਦਿੱਤਾ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਸਾਡੇ ਸਿਰ ਤੇ ਕਰਜ਼ਾ ਹੈ, ਅਸੀਂ ਪੈਦਲ ਯਾਤਰਾ ਕਰਕੇ ਉਹ ਕਰਜ਼ਾ ਲਾਉਣਾ ਚਾਹੁੰਦੇ ਹਾਂ।
ਤੇ ਮੈਂ ਉਹ ਸਾਰੇ ਭਰਾਵਾਂ ਦਾ ਪਹਿਲਾਂ ਤੇ ਦੇਖੋ ਧੰਨਵਾਦੀ ਹਾਂ ਵੀ ਤੁਸੀਂ ਇਹ ਗੱਲ ਸੋਚਦੇ ਹੋ। ਮੇਰਾ ਮੰਨਣਾ ਇਹ ਹੈ ਵੀ ਸੂਰੀ ਵਰਗੇ ਅਨਸਰ ਨੂੰ ਨੱਥ ਪਾ ਕੇ ਤੁਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਕਰਜ਼ਾ ਲਾ ਸਕਦੇ ਹੋ। ਹੁਣ ਅੱਜ ਦੇ ਇਸ ਸਮਾਜ ਦੇ ਅੰਦਰ ਦੇਖੋ ਕੈਸੇ ਆਪਾਂ ਸਮਾਜ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਕਾਨੂੰਨਨ ਤੌਰ ਦੇ ਉੱਪਰ ਹਰ ਬੰਦੇ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ, ਫਰੀडम ਆਫ ਸਪੀਚ ਦੇ ਤਹਿਤ ਆਪਣੀ ਗੱਲ ਕਹਿ ਸਕਦਾ ਹੈ, ਆਪਣੀ ਗੱਲ ਰੱਖ ਸਕਦਾ ਹੈ। ਪਰ ਗਜ਼ਬ ਦੀ ਗੱਲ ਹੈ ਵੀ ਇਸ ਤਰੀਕੇ ਦੇ ਨਾਲ ਐਸੇ ਕੁਝ ਬੰਦੇ ਜਿਹੜੇ ਸ਼ਰੇਆਮ ਜ਼ਹਿਰ ਉਗਲਦੇ ਨੇ ਉਹਨਾਂ ਨੂੰ ਕੌਣ ਉਕਸਾ ਰਿਹਾ, ਉਹਨਾਂ ਦੇ ਮਗਰ ਕੌਣ ਹੈ? ਤੇ ਸਾਡੇ ਜਿਹੜੇ ਬਾਕੀ ਹਿੰਦੂ ਭਰਾ ਨੇ ਉਹਨਾਂ ਦੀ ਚੁੱਪੀ ਵੀ ਕੁਛ ਨਾ ਕੁਛ ਬਿਆਨ ਕਰਦੀ ਪਈ ਹੈ। ਜ਼ਰੂਰੀ ਨਹੀਂ ਹੁੰਦਾ ਵੀ ਹਰ ਵਾਰੀ ਬੋਲਣਾ ਹੀ ਸਭ ਕੁਝ ਹੁੰਦਾ ਹੈ, ਕਈ ਵਾਰੀ ਖਾਮੋਸ਼ੀ ਵੀ ਬਹੁਤ ਕੁਝ ਬਿਆਨ ਜਾਂਦੀ ਹੈ। ਤੇ ਨਾਲੇ ਸਿਆਣੇ ਅਕਸਰ ਇਹ ਗੱਲ ਕਹਿੰਦੇ ਹੁੰਦੇ ਨੇ ਵੀ ਜਦੋਂ ਸਮਝਦਾਰ ਚੁੱਪ ਕਰ ਜਾਵੇ ਤੇ ਨਾ ਸਮਝ ਬੋਲਣ ਲੱਗ ਪਵੇ, ਇੱਕ ਵਾਰੀ ਫਿਰ ਸੁਣ ਲਵੋ, ਸਮਝਦਾਰ ਚੁੱਪ ਕਰ ਜਾਵੇ ਤੇ ਨਾ ਸਮਝ ਬੋਲਣ ਲੱਗ ਪਏ ਤੇ ਕਹਿੰਦੇ ਉਦੋਂ ਸਮਝ ਲਿਆ ਕਰੋ ਵੀ ਕੁਛ ਨਾ ਕੁਛ ਹੋਣ ਵਾਲਾ, ਦੰਗੇ ਭੜਕਣ ਵਾਲੇ ਨੇ। ਤੇ ਸੱਚਮੁੱਚ ਅੱਜ ਨਾ ਸਮਝ ਬੋਲਦਾ ਪਿਆ ਤੇ ਸਮਝਦਾਰ ਹਿੰਦੂ ਭਰਾ ਸ਼ਾਂਤ ਹੋ ਕੇ ਬੈਠੇ ਨੇ। ਇਹ ਬੜਾ ਕੁਝ ਬਿਆਨ ਦੀ ਪਈ ਹੈ ਗੱਲ, ਇਸ ਕਰਕੇ ਮੇਰਾ ਮਨ ਕਹਿੰਦਾ ਵੀ ਬੜਾ ਕੁਝ ਇੱਥੇ ਵਿਚਾਰਨ ਵਾਲੀ ਹੈ। ਇੱਕ ਲੜਕੀ ਨਾਲ ਰੇਪ ਹੋ ਰਿਹਾ ਹੈ, ਲੜਕੀ ਮਦਦ ਦੀ ਗੁਹਾਰ ਲਾ ਰਹੀ ਹੈ ਤੇ ਲਾਗੋਂ ਕੁਝ ਸੱਜਣ ਚੁੱਪ ਚਪੀਤੇ ਲੰਘ ਜਾਂਦੇ ਨੇ, ਕਹਿੰਦੇ ਆਪਣਾ ਕੋਈ ਇਸ ਮਾਮਲੇ ਨਾਲ ਲੈਣਾ ਦੇਣਾ ਨਹੀਂ। ਤੇ ਫਿਰ ਉਹਨਾਂ ਨੂੰ ਕਿਸ ਧਿਰ ਦੇ ਵਿੱਚ ਗਿਣਿਆ ਜਾਵੇਗਾ? ਉਹਨੂੰ ਤੇ ਮੇਰੇ ਖਿਆਲ ਬਲਾਤਕਾਰੀਆਂ ਵਾਲੇ ਪਾਸੇ ਗਿਣਿਆ ਜਾਵੇਗਾ ਨਾ, ਕਿਉਂਕਿ ਲੜਕੀ ਨੇ ਮਦਦ ਦੀ ਗੁਹਾਰ ਲਾਈ ਪਰ ਉਹਨਾਂ ਨੇ ਉਹਦੀ ਨਹੀਂ ਸੁਣੀ। ਸੋ ਇਸ ਕਰਕੇ ਮੈਂ ਬਾਕੀ ਹਿੰਦੂ ਭਰਾਵਾਂ ਨੂੰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਬੇਨਤੀ ਕਰਾਂਗਾ ਵੀ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਇਸ ਤੋਂ ਪਹਿਲਾਂ ਬੋਲ ਚੁੱਕਾ ਹੈ, ਇਸ ਤੋਂ ਪਹਿਲਾਂ ਕਿ ਬਾਕੀ ਵੀ ਕੁਝ ਸਿੱਖ ਭਰਾ ਇਸੇ ਤਰੀਕੇ ਦੇ ਨਾਲ ਐਕਸ਼ਨ ਦਾ ਰਿਐਕਸ਼ਨ ਹੋਵੇ ਤੇ ਉਸ ਤੋਂ ਬਾਅਦ ਉਹਨਾਂ ਤੇ ਪਰਚੇ ਦਰਜ ਹੋਣ। ਮੈਂ ਐਸਾ ਨਹੀਂ ਚਾਹਾਂਗਾ। ਮੈਂ ਚਾਹਾਂਗਾ ਵੀ ਸੱਭਿਅਕ ਸਮਾਜ ਦਾ ਹਿੱਸਾ ਬਣੇ ਤੇ ਜ਼ਬਾਨ ਆਪਣੀ ਕਾਬੂ ਦੇ ਵਿੱਚ ਰੱਖੇ, ਕਿਉਂਕਿ ਸਿਆਣੇ ਕਹਿੰਦੇ ਜ਼ਬਾਨ ਵਿੱਚ ਹੱਡੀ ਨਹੀਂ ਹੁੰਦੀ ਪਰ ਕਈ ਵਾਰੀ ਹੱਡੀਆਂ ਤੁੜਵਾ ਜ਼ਰੂਰ ਦਿੰਦੀ ਹੁੰਦੀ ਹੈ। ਇਸ ਕਰਕੇ ਥੋੜ੍ਹਾ ਜਿਹਾ ਸੁਚੇਤ ਰਹਿਣ ਦੀ ਲੋੜ ਹੈ। ਵੀਰ ਸੁਖਜੀਤ ਸਿੰਘ ਖੋਸਾ ਜੀ, ਜਿਵੇਂ ਗੱਲ ਆਪਾਂ ਕਰਦੇ ਹਾਂ ਸਿਕਿਉਰਿਟੀ ਦੀ, ਜਨਤਾ ਦਾ ਟੈਕਸ ਜਾ ਰਿਹਾ, ਆਮ ਬੰਦਾ ਟੈਕਸ ਭਰਦਾ ਪਿਆ, ਅਸੀਂ ਰਿਟਰਨ ਭਰਦੇ ਹਾਂ, ਸਾਨੂੰ ਵੀ ਕੁਛ ਨਾ ਕੁਛ ਟੈਕਸ ਪੈਂਦਾ ਹੈ। ਹੁਣ ਟੈਕਸ ਦੇ ਪੈਸੇ ਦੇ ਨਾਲ ਸਰਕਾਰਾਂ ਚੱਲਦੀਆਂ ਨੇ, ਬੜਾ ਕੁਛ ਹੈ ਉਹਦੇ ਵਿੱਚ, ਅੱਗੇ ਦੀ ਅੱਗੇ ਟੈਕਸ ਵੀ ਜਾਂਦਾ ਹੈ, ਹੋਰ ਅਨੇਕਾਂ ਥਾਵਾਂ ਤੋਂ ਆਉਂਦਾ ਹੈ ਤੇ ਉਹਦੇ ਨਾਲ ਸਰਕਾਰਾਂ ਚੱਲਦੀਆਂ ਨੇ। ਹੁਣ ਏਡੀ ਵੱਡੀ ਸਿਕਿਉਰਿਟੀ ਜੇ ਇੱਕ ਜਣੇ ਦੀ ਲੱਖ ਰੁਪਈਆ ਵੀ ਤਨਖਾਹ 80 ਹਜ਼ਾਰ ਵੀ ਗਿਣੀ ਜਾਵੇ ਤੇ ਇੱਕ ਬੰਦੇ ਦੇ ਉੱਪਰ ਏਡਾ ਵੱਡਾ ਖਰਚਾ ਤੇ ਫਿਰ ਉਹ ਬੰਦਾ ਆਪਣੀ ਜ਼ਬਾਨ ਤੋਂ ਏਡਾ ਵੱਡਾ ਜ਼ਹਿਰ ਉਗਲਦਾ ਪਿਆ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਸਿਕਿਉਰਿਟੀ ਵਾਪਸ ਹੋਣੀ ਚਾਹੀਦੀ ਕਿ ਨਹੀਂ? ਦੇਖੋ ਜਿਹੜੀ ਤੁਸੀਂ ਟੈਕਸ ਦੀ ਗੱਲ ਕੀਤੀ ਨਾ, ਤੁਸੀਂ ਰਿਟਰਨ ਦੀ ਗੱਲ ਕੀਤੀ, ਰਿਟਰਨ ਰਾਹੀਂ ਇਕੱਲਾ ਟੈਕਸ ਨਹੀਂ ਹੈਗਾ। ਤੁਸੀਂ ਗੱਡੀ 'ਚ ਆਇਓ ਜੀ, ਡੀਜ਼ਲ ਪਵਾਇਆ ਜੀ, 18 ਰੁਪਏ ਸੈਂਟਰ ਲੈ ਗਿਆ ਤੇ 35 ਰੁਪਏ ਪੰਜਾਬ ਗਵਰਨਮੈਂਟ ਲੈ ਗਈ। ਇਸ ਟੈਕਸ 1 ਲੀਟਰ ਦਾ ਹੈ, 18 ਤੇ 35 ਜੋੜ ਲਓ, ਬਾਕੀ ਵਿੱਚੋਂ ਭਾ ਆ। ਐਡਾ ਵੱਡਾ ਤਾਂ ਟੈਕਸ ਅਸੀਂ ਦੇ ਹੀ ਰਹੇ ਹਾਂ ਪਹਿਲਾਂ ਹੀ, ਮਤਲਬ 52-53 ਰੁਪਏ 1 ਲੀਟਰ ਤੇ ਟੈਕਸ ਹੀ ਆ। ਰੇਟ ਤਾਂ ਥੋੜਾ ਜਿਹਾ ਰਹਿ ਜਾਂਦਾ ਬਾਕੀ ਜੀ। ਸਾਡਾ ਲਹੂ ਪੀ ਕੇ ਲਹੂ ਨਿਚੋੜ ਕੇ ਔਰ ਜਿਹੜੇ ਨੂੰ ਗਾਲਾਂ ਕੱਢਦੇ ਪਾਕਿਸਤਾਨ ਨੂੰ, ਸਾਡੇ 2.5 ਰੁਪਏ ਬਣਦੇ ਆ, ਸਾਡੇ ਵਾਲੇ ਰੁਪਈਏ ਦੇ ਉੱਥੇ 2.5 ਬਣਦੇ ਆ ਤੇ ਉੱਥੇ 45 ਰੁਪਏ ਲੀਟਰ। ਹਿਸਾਬ ਲਾ ਲਓ ਵੀ ਕੀ ਰਹਿ ਜਾਂਦਾ ਤੇਲ। ਮਤਲਬ ਅਸੀਂ ਕਿਸੇ ਨੂੰ ਤਾਨੇ ਮਾਰ ਸਕਦੇ ਹਾਂ, ਅਗਲੇ ਦੇ ਚੰਗੇ ਗੱਲ ਦੀ ਰੀਸ ਵੀ ਕਰੀਏ। ਤੇ ਇਸ ਬੰਦੇ ਦਾ ਸਭ ਤੋਂ ਵੱਡਾ ਜਿਹੜਾ ਫੰਡਾ ਕਲੀਅਰ ਹੋ ਜਾਊਗਾ ਜਿੱਦਣ ਪੁਲਿਸ ਦੀ ਛਤਰੀ ਪਾਸੇ ਹਟ ਗਈ। ਹਾਂ, ਜ਼ਬਾਨ ਸੈੱਟ ਹੋ ਜਾਏਗੀ। ਮੈਂ ਕਿਹਾ ਤੰਦਰੁਸਤੀ ਆ ਜੂ ਜੇ ਘਰੋਂ ਬਾਹਰ ਨਿਕਲ ਜਾਵੇ, ਘਰੋਂ ਬਾਹਰ ਆਪਦੇ ਬਾਹਰ ਲੈਟਰਿੰਗ ਵੀ ਕਰਨ ਚੱਲ ਜਾਵੇ ਖੇਤਾਂ 'ਚ ਕਿਤੇ, ਤੇ ਮੇਰਾ ਨਾਮ ਹਟਾ ਦਿਓ। ਇਹ ਸਿਕਿਉਰਿਟੀ ਦੇ ਆਸਰੇ ਹੀ ਆ। ਉਹ ਕਹਿੰਦੇ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ। ਇਹ ਸਿਕਿਉਰਿਟੀ ਦੇ ਸਿਰ ਤੇ ਹੀ ਬੋਲਦਾ ਆ। ਇਹਨੂੰ ਪਤਾ ਆ ਵੀ ਮੈਂ ਬੋਲਦਾ ਹੀ ਤਾਂ ਆ ਵੀ ਕਿਤੇ ਕੋਈ ਨਾ ਕੋਈ ਬੋਲੇ, ਉਹ ਕਹੂਗਾ ਵੀ ਤੇਰਾ ਸੌਦਾ ਲਾਵਾਂਗੇ। ਆਹ ਤੁਹਾਡੇ ਵਾਲੀ ਇੰਟਰਵਿਊ ਨੂੰ ਜਾ ਕੇ ਰੱਖੂਗਾ ਇਦਾਂ, ਆਹ ਦੇਖੋ ਜੀ ਕਹਿੰਦੇ ਜੀ ਸਿਰੀ ਨੱਪ ਦੇਣੀ ਆ। ਤੇ ਜੇ ਤੂੰ ਨਪਾਉਣੀ ਆ ਫਿਰ ਨੱਪਣੀ ਪੈਣੀ। ਸਿਰੀ ਨੱਪਣ ਦੇ ਜ਼ਰੂਰੀ ਅਰਥ ਇਹ ਨਹੀਂ ਹੁੰਦੇ ਪੈਰ ਨਾਲ ਨੱਪਣੀ ਹੈ, ਕਾਨੂੰਨੀ ਤੌਰ ਦੇ ਉੱਪਰ ਵੀ ਨੱਪੀ ਜਾ ਸਕਦੀ ਹੈ ਵੀ ਇਹਦੇ ਬੋਲਾਂ ਦੇ ਆਧਾਰ ਦੇ ਉੱਪਰ ਹੀ। ਫੜਨ ਵਾਲੇ ਵੇਖੇ ਨੇ, ਉਹ ਐ ਕਰਕੇ ਜਦੋਂ ਐ ਉੱਤੇ ਰੱਖੀਦਾ ਸਾਰਾ ਪਿੱਛੋਂ ਇਕੱਠਾ ਹੋ ਜਾਂਦਾ। ਇਦਾਂ ਵੀ ਸਿਰੀ ਫੜੀ ਜਾ ਸਕਦੀ ਹੈ, ਵੱਢਣੀ ਸਿਰੀ ਜ਼ਰੂਰੀ ਤਾਂ ਨਹੀਂ ਹੈਗੀ, ਵੱਡੀ ਖਤਰਨਾਕ ਹੋ ਜਾਂਦੀ ਹੈ। ਤੇ ਇਸ ਕਰਕੇ ਇਹਦੀ ਜਿਹੜੀ ਉਹ ਸਿਕਿਉਰਿਟੀ ਹੈ ਉਹੀ ਤੇ ਪਵਾੜਾ ਹੈ। ਸਿਕਿਉਰਿਟੀ ਤੋਂ ਬਿਨਾਂ ਤੇ ਇਹ ਗਡੋਆ ਹੈ, ਫਿਰ ਸੱਪ ਨਹੀਂ ਰਹਿ ਜਾਣਾ। ਪਰ ਜਿੰਨੇ ਇਸ ਕਿਸਮ ਦਾ ਜ਼ਹਿਰ ਉਗਲਦੇ ਨੇ ਔਰ ਗੱਲ ਵੀ ਐਸੇ ਢੰਗ ਨਾਲ ਕਰਦੇ ਨੇ ਵੀ ਅਸੀਂ ਦੇਸ਼ ਨੂੰ ਵੰਡਣ ਦੀ ਅਨੇਕ ਪ੍ਰਕਾਰ ਦੀ ਗੱਲ ਕੀਤੀ ਜਾਂਦੀ ਹੈ।
ਔਰ ਵੀ ਸਾਡੇ ਤੇ ਪਰਚਾ ਵੀ ਨਾ ਹੋਵੇ, ਅਸੀਂ ਆਪਣੀ ਗੱਲ ਵੀ ਰੱਖ ਜਾਈਏ। ਮੈਂ ਕਹਿੰਦਾ ਠੀਕ ਹੈ, ਇਸ ਦੇਸ਼ ਦੀ ਅਖੰਡਤਾ ਦੇ ਲਈ ਤੁਸੀਂ ਕੁਰਬਾਨੀਆਂ ਵੀ ਦਿਓ, ਅਨੇਕ ਪ੍ਰਕਾਰ ਨਾਲ ਤੁਸੀਂ ਬੜਾ ਕੁਝ ਕਰੋ, ਪਰ ਦੂਜੇ ਕੁ ਦਿਨ ਤੀਜੇ ਕੁ ਦਿਨ ਢੋਲ 'ਚ ਦਾਣੇ ਨਹੀਂ ਤੇ ਬਾਬਾ ਖਰਾਸ ਤੇ ਡਾਂਗੋ ਡਾਂਗੀ ਹੋਣ ਡਿਆ। ਖਰਾਸ ਜਦੋਂ ਚੱਲਦੇ ਸੀ ਨਾ ਉੱਥੇ ਵਾਰੀ ਆਉਂਦੀ ਸੀ ਵੀ ਘਰੇ ਦਾਣੇ ਹੈ ਨਹੀਂ ਤੇ ਬਾਬਾ ਖਰਾਸ ਤੇ ਡਾਂਗ ਖੜਕਾਈ ਜਾਂਦਾ ਜਾ ਕੇ ਵਾਰੀ ਸਾਡੀ ਆ। ਇਹਨਾਂ ਦੇ ਪੱਲੇ ਕੀ ਆ, ਇਹ ਅਖੰਡਤਾ ਬਚਾ ਲੈਣਗੇ ਦੇਸ਼ ਦੀ। ਗਿਣਤੀ ਦੇ 12 ਬੰਦੇ ਨਹੀਂ ਤੁਰਨੇ ਇਹਨਾਂ ਦੇ ਨਾਲ, ਦਰਜਨ ਪੂਰੀ ਕਰ ਲੈਣ, ਕੇਲਿਆਂ ਦੀ ਵੀ ਦਰਜਨ ਹੁੰਦੀ ਹੈ, 12 ਗਿਣਤੀ ਹੈ, 12 ਬੰਦੇ ਨਹੀਂ ਤੁਰਨੇ ਇਹਨਾਂ ਨਾਲ। ਮੂੰਹ ਤਾਂ ਕਰਕੇ ਵੇਖਣ, 32 ਵਾਰ ਇਹਨਾਂ ਨੇ ਟਾਈਮ ਦਿੱਤਾ ਨੌਜਵਾਨਾਂ ਨੂੰ। ਆ ਬਿਆਸ ਮੋੜ ਇੱਥੇ ਲਾਇਆ ਸੀਗਾ ਜੀ, ਲਲਕਾਰ ਰੈਲੀ ਕੱਢ ਕੇ ਲਿਆਉਣੀ ਹੈ, ਉਹ ਫਟਕਾਰ ਰੈਲੀ ਬਣ ਗਈ। ਆਏ ਨਾ ਉੱਥੇ, ਫਿਰ ਐਵੇਂ ਲੋਕਾਂ ਦੇ ਪੁੱਤ ਕਿਉਂ ਮਰਵਾਈ ਜਾਂਦੇ ਆ ਯਾਰ? ਇਹ ਕਿਉਂ ਐਵੇਂ ਰੋਜ਼ ਹੀ ਐਵੇਂ ਕਦੇ ਉਹ ਕਰ ਲਿਆ ਕਦੇ ਉਹ ਕਰ ਲਿਆ? ਛੱਡੋ ਪਰੇ ਆ ਜਿਹੜਾ ਹੈ ਇੱਕ ਦੋ ਹੈਗੇ, ਇਹਨਾਂ ਦੇ 3-4 ਹੈਗੇ ਆ। ਭਾਈ ਸਾਨੂੰ ਦੱਸੋ, ਤੁਸੀਂ ਨਾ ਤੁਸੀਂ ਫੌਜਾਂ ਲੈ ਕੇ ਆਉਣੀਆਂ ਨਾ ਆਪਾਂ ਫੌਜਾਂ ਲੈ ਕੇ ਆਉਣੀਆਂ, ਇੱਦਾਂ ਦੇ ਕਿਤੇ ਆ ਜਾਈਏ ਇੱਦਾਂ ਦਰਿਆ ਜਿਹਾ ਏਰੀਏ 'ਚ ਵਧੀਆ ਜਿਹਾ ਮੈਦਾਨੀ 'ਚ ਆਵਾ ਦੋ ਹੱਥ ਕਰ ਲਈਏ, ਕੰਮ ਨਿਬੇੜੀਏ। ਕੌਮ ਨੂੰ ਤੇ ਹਿੰਦੂ ਕੌਮ ਵੀ ਆਪਦਾ ਕੰਮ ਕਰੇ, ਸਿੱਖ ਵੀ ਕੰਮ ਕਰਨ, ਆਪਾਂ ਵੇਖੀਏ ਕੀ ਹੁੰਦਾ, ਫਿਰ ਵੇਖਾਂਗੇ ਕੀ ਹੁੰਦਾ। ਵੀ ਇੰਜ ਕਹਿ ਲਈਏ ਵੀ ਦੋਵਾਂ ਪਾਸਿਆਂ ਦੇ ਕੁਝ ਕੁ ਜਿਹੜੇ ਨੇ ਵੀ ਸਾਰੀ ਕੌਮ ਨੂੰ ਜਿਹੜੇ ਆਪੋ ਆਪਣੇ ਕੰਮ ਕਰਨ ਦਈਏ ਲੋਕਾਂ ਨੂੰ, ਠੀਕ ਹੈ ਜੀ, ਉਹ ਆਪਣੇ ਤਰੀਕੇ ਨਾਲ ਆਪਦਾ ਕਾਰਜ ਕਰਨ ਜੀ। ਜਿਵੇਂ ਤੁਸੀਂ ਗੱਲ ਕੀਤੀ ਵੀ ਸਿਕਿਉਰਿਟੀ ਦੇ ਸਿਰ ਦੇ ਉੱਪਰ ਬੋਲਦਾ ਹੈ, ਫਿਰ ਇਹ ਐਸੀ ਬੰਦੇ ਨੂੰ ਸਿਕਿਉਰਿਟੀ ਦਿੱਤੀ ਕਿਉਂ ਗਈ ਹੈ? ਇਹ ਕੀ ਐਸਾ ਇਹਨੇ ਮਾਰਕਾ ਮਾਰ ਦਿੱਤਾ ਹੈ, ਕੀ ਕੁਰਬਾਨੀ ਕਰ ਦਿੱਤੀ ਹੈ, ਜਾਂ ਕਿਹੜੇ ਐਸੇ ਅਹੁਦੇ ਦੇ ਉੱਪਰ ਹੈ? ਇਹਦਾ ਕਾਰਨ ਕੀ ਹੈ? ਦੇਖੋ ਜੀ, ਇੱਕ ਪਾਸੇ ਕਹਿਣਾ ਵੀ ਪੰਜਾਬ ਦੇ ਵਿੱਚ ਹਿੰਦੂ ਖਤਰੇ ਵਿੱਚ ਹੈ, ਤੇ ਮੈਂ ਕਹਿੰਦਾ ਬੜੇ ਸਾਡੇ ਹਿੰਦੂ ਭਰਾ ਚੰਗਾ ਭਲਾ ਕੰਮ ਕਰਦੇ ਪਏ ਨੇ ਇੱਥੇ। ਰੋਜ਼ ਜਾਂਦੇ ਆ ਸਾਨੂੰ ਲੋਹੀਆਂ ਪੈਂਦਾ, ਤੁਹਾਨੂੰ ਮਖੂ ਪੈਂਦਾ, ਕੀ ਤੁਸੀਂ ਜਿਹੜਾ ਕਰਿਆਨਾ ਜਾਂ ਪੇਂਟ ਜਾਂ ਕੋਈ ਵੁੱਡ ਦਾ ਕੋਈ ਕਾਰੋਬਾਰ ਦੀਆਂ ਜਿੰਨੀਆਂ ਵੀ ਦੁਕਾਨਾਂ ਹੈਗੀਆਂ ਨੇ, ਉਹ ਕਿਹਨਾਂ ਦੀਆਂ ਨੇ? ਹਿੰਦੂ ਵੀਰਾਂ ਦੀਆਂ ਨੇ ਨਾ। ਸਾਡੇ ਨਾਲ ਪ੍ਰੇਮ ਆ, ਸਾਡੇ ਦੁੱਖ ਸੁੱਖ ਤੇ ਵੀ ਆਉਂਦੇ ਆ, ਬਿਲਕੁਲ ਆਉਂਦੇ ਆ ਜੀ, ਸਭ ਕੁਝ ਹੈ। ਇਹਨਾਂ ਦੀ ਗੰਦੀ ਜ਼ੁਬਾਨ ਕਰਕੇ ਇਹਨਾਂ ਦਾ ਦਾਲ ਫੁਲਕਾ ਚੱਲਦਾ ਆ। ਇਹਨਾਂ ਦੀ ਗੰਦੀ ਜ਼ੁਬਾਨ ਕਰਕੇ ਇਹਨਾਂ ਦਾ ਦਾਲ ਫੁਲਕਾ ਚੱਲਦਾ। ਇਹ ਜ਼ੁਬਾਨ ਨੂੰ ਗੰਦੀ ਕਰਦੇ ਆ, ਫਿਰ ਨੌਜਵਾਨ ਕੋਈ ਨਾ ਕੋਈ ਇਹਨਾਂ ਦਾ ਉਹ ਕਰ ਦਿੰਦਾ ਫੇਸਬੁੱਕ ਤੇ, ਉਹ ਇਹਨਾਂ ਨੇ ਲਿਜਾ ਕੇ ਫਿਰ ਉਹ ਡੀਐਸਪੀ ਕੋ ਰੱਖਦੇ ਆ। ਜੇ ਡੀਐਸਪੀ ਨਹੀਂ ਸੁਣਦਾ, ਐਸਪੀ ਦੇ ਰੱਖ ਦਿੰਦੇ ਆ। ਸਿਕਿਉਰਿਟੀ ਦਾ ਮਾਮਲਾ ਹੁੰਦਾ ਹੈ, ਉੱਥੇ ਜਾ ਕੇ ਫਿਰ ਇਹ ਤਰਲੇ ਕੱਢਦੇ ਆ ਜੀ ਅਸੀਂ ਮਾਰੇ ਗਏ। ਹਿੰਦੂ ਭਰਾਵਾਂ ਦੀ ਨੁਮਾਇੰਦਗੀ ਕਰਦੇ ਪਏ ਨੇ, ਕੀ ਹੈ ਇਹ? ਤਾਂ ਹੁਣ ਹਿੰਦੂ ਭਰਾ ਹੀ ਦੱਸਣ, ਆਪਾਂ ਪਹਿਲਾਂ ਦੱਸ ਹੀ ਚੁੱਕੇ ਆ ਵੀ ਜੇ ਉਹ ਖਾਮੋਸ਼ ਰਹਿੰਦੇ ਆ, ਕਿਉਂਕਿ ਵੇਖੋ ਸਾਂਝ ਨੂੰ ਤੋੜਨ ਦੀ ਕੁਝ ਹਿੰਦੂ ਭਰਾਵਾਂ ਨੇ ਬਕਾਇਦਾ ਵਿਰੋਧ ਕੀਤਾ ਇਹਦਾ। ਕੁਛ ਨੇ ਕੀਤਾ, ਜੇ ਸਮੂਹਕ ਹੋਣ ਲੱਗ ਪਵੇ, ਜਿਵੇਂ ਦੇਖੋ ਇਹ ਜਿਹੜਾ ਬਕਵਾਸ ਕਰਦਾ ਵਾ, ਇਹ ਰੀਪ੍ਰੈਜ਼ੈਂਟ ਆਗੂ ਬਣਨ ਦੀ ਕੋਸ਼ਿਸ਼ ਕਰਦਾ ਆ। ਵੈਸੇ ਤਾਂ 12, ਮੈਂ ਤੁਹਾਨੂੰ ਦੱਸਿਆ ਵੀ 12 ਦਰਜਨ ਪੂਰੀ ਨਹੀਂ ਹੁੰਦੀ ਹੈਗੀ ਇਹਨਾਂ ਦੀ। ਤੇ ਚਲੋ ਫਿਰ ਵੀ ਜਿਹੜੇ ਸੁਹਿਰਦ ਵੀਰ ਹੈਗੇ ਆ, ਚੰਗੇ ਅੱਛੇ ਘਰਾਣਿਆਂ ਦੇ ਲੋਕ ਹੈਗੇ ਆ, ਜਿਹੜੇ ਸਮਝਦੇ ਹੈਗੇ ਆ ਕਿ ਇਹ ਗੱਲ ਗਲਤ ਆ, ਉਹਨਾਂ ਨੂੰ ਅੱਜ ਮੋਹਰਲੇ ਬੰਨੇ ਆਉਣਾ ਚਾਹੀਦਾ ਵਾ। ਨਹੀਂ ਤੇ ਇਹ ਬਾਂਦਰਾਂ ਦੇ ਹੱਥ ਤੀਲ ਦੀ ਡੱਬੀ ਆਈ ਹੋਈ ਆ, ਇਹ ਅੱਗ ਲਾ ਦੇਣਗੇ ਪੰਜਾਬ ਨੂੰ, ਭਾਂਬੜ 'ਚ ਅੱਗ ਦੇ ਭਾਂਬੜ 'ਚ ਝੋਕਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਵਾ ਇਹ ਬੰਦਾ। ਇਸ ਕਰਕੇ ਇਹਨਾਂ ਨੂੰ, ਇਹ 2-3 ਜਣੇ ਹੈਗੇ ਨੇ, ਇੱਕੋ ਮੋਟਾ ਜਿਹਾ ਜਿਹੜਾ ਉਹ ਬੜਾ ਟੱਪਦਾ, ਮੈਂ ਤਾਂ ਇਹਨਾਂ ਦੇ ਨਾਮ ਹੀ ਨਹੀਂ ਲੈਣਾ ਸੁਣਦਾ, ਉਹਨੂੰ ਤੇ ਪਤਾ ਨਹੀਂ। ਇੱਕ ਸਾਡੇ ਹੁਣ ਮੈਂ ਖਿਮਾ ਕਰਨ ਮੀਡੀਆ ਵਾਲਿਆਂ ਨੂੰ ਵੀ ਪਤਾ ਨਹੀਂ ਕੀ, ਉਹ ਬਸ ਜੀ ਚੀਚੀ ਨੂੰ ਨਹੁੰ ਜਾਇਆ ਲੋਕ ਤਮਾਸ਼ਾ, ਜਿਹੜਾ ਕਿਹੜਾ ਲੱਲੜ ਪੱਲੜ ਜਿਹਨੂੰ ਲਾਲਾਂ ਵੀ ਨਹੀਂ ਪੂੰਝਣੀਆਂ ਆਉਂਦੀਆਂ, ਅੱਜ ਆ ਹੋ ਗਿਆ ਜੀ, ਇਹਨਾਂ ਨੇ ਆਹ ਕਿਹਾ ਜੀ। ਕੀ ਕਹਿ ਦਿੱਤਾ ਇਹਨਾਂ ਨੇ? ਕਦੇ ਕਿਹਾ ਕੁਛ ਚੱਜ ਦਾ? ਕੋਈ ਚੱਜ ਦੀ ਗੱਲ ਕੀਤੀ ਹੈ? ਕਦੇ ਵੇਖਿਆ ਵੀ ਮੇਰੇ ਪੰਜਾਬ ਦੀ ਜਵਾਨੀ ਮਰ ਗਈ ਹੋਏ, ਫਸਲਾਂ ਦੇ ਭਾਅ ਚਲੇ ਗਏ? ਸਾਡਾ ਜਿਹੜਾ ਜੀ ਵਪਾਰ ਆ, ਇਹ ਖੂਹ 'ਚ ਡਿੱਗ ਪਿਆ ਵਪਾਰ। ਇੰਡਸਟਰੀ ਸਾਡੀ ਚਲੇ ਗਈ, ਸਾਡੇ ਪੰਜਾਬ 'ਚੋਂ ਸਾਰੀ ਇੰਡਸਟਰੀ ਗਾਇਬ ਹੋ ਗਈ। ਕਦੇ ਪੰਜਾਬ ਦਾ ਪੰਜਾਬ ਦੇ ਪਾਣੀ ਚਲੇ ਗਏ, ਹਾਂਜੀ, ਪੰਜਾਬ ਦੀ ਜਵਾਨੀ ਚਲੇ ਗਈ, ਨਸ਼ਾ ਚਿੱਟਾ ਆ ਗਿਆ। ਕਦੇ ਗੱਲ ਕੀਤੀ ਹੈ? ਮੁਰਦਾਬਾਦ, ਖਾਲਿਸਤਾਨ ਮੁਰਦਾਬਾਦ, ਹਿੰਦੁਸਤਾਨ ਮੁਰਦਾਬਾਦ। ਇਹ ਮੁਰਦਾਬਾਦ ਜਿੱਦਾਬਾਦ ਨਾਲ ਕੀ ਹੋਊਗਾ? ਹੋ ਜਾਊਗਾ ਕੁਛ? ਤੁਹਾਨੂੰ ਕੀ ਲੱਗਦਾ ਪਿਆ ਵੀ ਸਾਰਾ ਸਿਕਿਉਰਿਟੀ ਦਾ ਚੱਕਰ ਹੈ ਤੇ ਦਾਲ ਫੁਲਕੇ ਦਾ ਚੱਕਰ ਹੈ? ਮੈਂ ਕਿਹਾ ਜੀ ਸਾਰਾ ਸਿਕਿਉਰਿਟੀ ਦਾ ਪਰਪਸ ਆ, ਦਾਲ ਫੁਲਕੇ ਦਾ ਚੱਕਰ ਆ। ਤੇ ਕੁਝ ਜਿਹੜੀਆਂ ਏਜੰਸੀਆਂ ਹੁੰਦੀਆਂ ਵਾ, ਉਹ ਚਾਹੁੰਦੀਆਂ ਹੁੰਦੀਆਂ ਵਾ ਵੀ ਇਹ ਕੰਮ ਚੱਲਦਾ ਰਹੇ। ਇਹੋ ਜਿਹੇ ਕੁੱਤੇ ਭੌਂਕਣਗੇ ਤੇ ਨੌਜਵਾਨ ਥੱਲੇ ਰਿਐਕਟ ਕਰਨਗੇ ਤੇ ਫਿਰ ਉਹ ਨੌਜਵਾਨਾਂ ਨੂੰ UAP ਲਾਉਣ ਦਾ ਮੌਕਾ, ਨੌਜਵਾਨਾਂ ਤੇ UAP ਲਾਉਣ ਦਾ ਕਾਰਨ ਬਣੂਗਾ ਉਹ ਸਾਰਾ। ਜਿਹੜੀ ਮਤਲਬ ਉਹ ਫਿਰ ਕਿਤੇ ਨਾ ਕਿਤੇ WhatsApp ਤੇ ਕਾਲ ਤੇ ਕਰਨਗੇ ਜਾਂ ਕਿਸੇ ਨਾਲ ਕਰਨਗੇ ਵੀ ਯਾਰ ਇਹ ਬੜਾ ਦੁਖੀ ਆ, ਇਹਦੇ ਛਿੱਤਰ ਮਾਰੋ 4।
ਉਹ ਫਿਰ ਕਹਿਣਗੇ ਜੀ ਇਹਨਾਂ ਨੂੰ ਵਿਦੇਸ਼ ਚੋਂ ਕਾਲਾਂ ਪਰ ਇਹ ਪ੍ਰਸ਼ਾਸਨ ਨੂੰ ਵੀ ਇਹ ਚੀਜ਼ ਦੇਖਣੀ ਚਾਹੀਦੀ ਹੈ ਨਾ। ਜੇ ਪ੍ਰਸ਼ਾਸਨ ਹੁਣ ਦੇਖੋ ਬੜਾ ਇੰਨੀ ਪੜ੍ਹਾਈ ਕਰਕੇ ਇੰਨੀ ਸਟੱਡੀ ਕਰਕੇ ਉੱਚ ਅਧਿਕਾਰੀ ਬਣਦੇ ਨੇ, ਉਹ ਘੱਟੋ ਘੱਟ ਇਸ ਚੀਜ਼ ਨੂੰ ਛਾਣਬੀਣ ਪ੍ਰੋਪਰਲੀ ਕਰਨੀ ਤੇ ਚਾਹੀਦੀ ਹੈ ਨਾ ਵੀ ਸ਼ੁਰੂਆਤ ਹੋਈ ਕਿੱਥੋਂ। ਜੇ ਆਹ ਬੰਦੇ ਨੇ ਆਹ ਗੱਲ ਕਹੀ ਹੈ ਤੇ ਇਹਦਾ ਪਿਛੋਕੜ ਕੀ ਸੀ। ਜੇ ਇੱਕ ਸਿੱਖ ਬੱਚੇ ਨੇ ਸੂਰੀ ਨੂੰ ਸਿੱਧੀ ਕਾਲ ਕੀਤੀ ਹੈ, ਇਸ ਤੋਂ ਪਹਿਲਾਂ ਸੂਰੀ ਨੇ ਫੇਸਬੁੱਕ ਤੇ ਕੀ ਪਾਇਆ ਸੀ ਐਸਾ? ਨਹੀਂ ਉਹ ਤਾਂ ਦੇਖਣਾ, ਸਾਰੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਨਾ। ਦੇਖਣ ਤੋਂ ਜਸਟਿਸ ਤੇ ਸੁਖਜੀਤ ਸਿੰਘ ਖੋਸਾ ਜੀ ਤਾਂ ਹੀ ਹੋਵੇਗਾ ਨਾ। ਮਸਲਾ ਤੇ ਉਹ ਅਸਲ 'ਚ ਪਤਾ ਕੀ ਹੈ ਜੀ, ਮੈਨੂੰ ਖਿਮਾ ਕਰਿਓ, ਜਿਹੜਾ ਤੁਸੀਂ ਦੇਖਿਆ ਲੋਗੋ ਲੱਗਾ ਹੋਇਆ ਜੱਜ ਸਾਹਿਬਾਨਾਂ ਦੇ ਜਾਂ ਐਡਵੋਕੇਟ ਦੇ ਲਿਫਾਫੇ ਦੇ ਉੱਤੇ ਕਾਨੂੰਨ ਦੇ ਪੱਟੀ ਬੱਧੀ ਹੁੰਦੀ ਹੈ, ਉਹਦਾ ਮਤਲਬ ਹੁੰਦਾ ਵੈਸੇ ਤਾਂ ਹੁੰਦਾ ਵੀ ਅੱਖਾਂ ਬੰਦ ਕਰਕੇ ਵੀ ਇਹ ਪਾਰਸ਼ੈਲਿਟੀ ਨਹੀਂ ਕਰਦਾ, ਪਰ ਉੱਦਾਂ ਉਹਦਾ ਮਤਲਬ ਹੁਣ ਹੋਰ ਨਿਕਲਣ ਲੱਗ ਪਿਆ, ਕਾਨੂੰਨ ਅੰਨਾ ਹੋ ਗਿਆ, ਉਹ ਵੇਖਦਾ ਵੁਖਦਾ ਨਹੀਂ ਹੈਗਾ। ਜੇ ਇਹ ਗੱਲਾਂ ਵੇਖਣ ਨਾ ਤੇ ਫਿਰ ਇਹਨਾਂ ਦੀ ਥਾਂ ਜਿਹੜੀ ਹੈਗੀ ਆ ਇੱਥੇ ਨਹੀਂ ਹੈਗੀ। ਸਿਕਿਉਰਿਟੀ ਇਹਨਾਂ ਨੂੰ ਮਿਲੂਗੀ ਜ਼ਰੂਰ, ਪਰ ਮਿਲੂਗੀ ਕਿਸੇ ਜੇਲ੍ਹ 'ਚ। ਉੱਥੇ ਜੇਲ੍ਹ 'ਚ ਜਾਣ, ਜਿਵੇਂ ਉਹ ਇੱਕ ਬਾਬਾ ਜੀ ਗਏ ਹੋਏ ਆ ਜਿਹੜੇ ਕਹਿੰਦੇ ਹੁੰਦੇ ਸੀ ਮੇਰਾ ਸਿਸਟਮ ਹਿੱਲ ਗਿਆ ਜੀ, ਇਹਨਾਂ ਦਾ ਵੀ ਸਿਸਟਮ ਕਿਤੇ ਜੇਲ੍ਹ 'ਚ ਹਿੱਲਣਾ ਪੈਣਾ ਵਾ, ਫਿਰ ਗੱਲ ਬਣਨੀ ਆ। ਸੋ ਬਹੁਤ ਬਹੁਤ ਤੁਹਾਡੇ ਧੰਨਵਾਦੀ ਹਾਂ, ਤੁਸੀਂ ਸਾਡੇ ਲੱਖਾਂ ਦਰਸ਼ਕਾਂ ਦੇ ਰੂਬਰੂ ਹੋਏ ਹੋ। ਸੋ ਦਰਸ਼ਕੋ, ਮੈਂ ਤੁਹਾਨੂੰ ਛੋਟੀ ਜਿਹੀ ਗੱਲ ਕਹਿ ਦੇਣੀ ਚਾਹੁੰਦਾ ਵਾਂ। ਅਕਸਰ ਅਸੀਂ ਇਹ ਗੱਲ ਕਹਿੰਦੇ ਹੁੰਦੇ ਹਾਂ ਕਿ ਉਹ ਭਾਵੇਂ ਸਾਡੇ ਹਿੰਦੂ ਭਰਾ ਨੇ, ਸਿੱਖ ਭਰਾ ਨੇ, ਮੁਸਲਮਾਨ ਭਰਾ ਨੇ, ਈਸਾਈ ਭਰਾ ਨੇ, ਬੋਧੀ ਹੈ, ਜੈਨੀ ਹੈ, ਕੋਈ ਵੀ ਨੇ, ਅਸੀਂ ਸਾਰੇ ਰਲ ਮਿਲ ਕੇ ਰਹੀਏ, ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਆਈਏ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵੀ ਪੜ੍ਹਦਾ ਵਾਂ ਤੇ ਉਪਦੇਸ਼ ਚਹੁੰ ਵਰਨਾ ਕੋ ਸਾਂਝਾ ਦੀ ਗੱਲ ਆਉਂਦੀ ਹੈ, ਗੱਲ ਸਾਂਝੀ ਵਾਲਤਾ ਦੀ ਚੱਲਦੀ ਹੈ, ਸਭੇ ਸਾਂਝੀ ਵਾਲ ਸੁਧਾਇਨ। ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਵਿਚਾਰਧਾਰਾ ਪੜ੍ਹਦਾ ਵਾਂ, ਉਹਦੇ ਵਿੱਚ ਇੱਕ ਬੜੀ ਵੱਡੀ ਗਲਵੱਕੜੀ ਹੈ, ਕਲਾਬੇ ਵਿੱਚ ਰਿਹਾ ਜਾਂਦਾ ਹੈ। ਕਿਸੇ ਨੇ ਤਦ ਤੱਕ ਵੀ ਕਹਿ ਦਿੱਤਾ ਸੀ ਗੁਰੂ ਨਾਨਕ ਦਾ ਘਰ ਕਿਹੜਾ, ਕਹਿੰਦੇ ਜਿਹਦਾ ਖੁੱਲ੍ਹਾ ਵਿਹੜਾ, ਵੀ ਜਿਹੜਾ ਵਿਹੜਾ ਬੜਾ ਖੁੱਲ੍ਹਾ, ਸਾਰੀ ਆ ਕੇ ਬਹਿ ਸਕਦੇ ਨੇ, ਸਾਰੀ ਆਪਣਾ ਦੁੱਖ ਸੁੱਖ ਕਰ ਸਕਦੇ ਨੇ। ਸੋ ਅਸੀਂ ਉਸ ਸੋਚ ਦੇ ਮਾਲਕ ਹਾਂ। ਅਸੀਂ ਚਾਹੁੰਦੇ ਹਾਂ ਕਿ ਜੇ ਕੋਈ ਇਸ ਤਰੀਕੇ ਦਾ ਬੰਦਾ ਸਾਡੇ ਭਾਈਚਾਰੇ ਦੇ ਅੰਦਰ ਜਾਂ ਸਾਡੇ ਸਮਾਜ ਦੇ ਅੰਦਰ ਇਸ ਤਰੀਕੇ ਦੀ ਸ਼ਬਦਾਵਲੀ ਵਰਤਦਾ ਹੈ ਜਿਹੜੀ ਨਾ ਵਰਤਨਯੋਗ ਹੈ ਤੇ ਨਾ ਸਹਿਣਯੋਗ ਹੈ, ਉੱਥੇ ਪ੍ਰਸ਼ਾਸਨ ਨੂੰ ਚੰਗੀ ਤਗੜੀ ਸਖਤ ਕਾਰਵਾਈ ਕਰਕੇ ਇਹੋ ਜਿਹੇ ਬੰਦੇ ਨੂੰ ਸਲਾਖਾਂ ਦੇ ਪਿੱਛੇ ਸੁੱਟਣਾ ਚਾਹੀਦਾ ਹੈ ਤਾਂ ਕਿ ਦੁਬਾਰਾ ਇਸ ਤਰੀਕੇ ਦੀ ਕੋਈ ਹਰਕਤ ਨਾ ਕਰੇ। ਪਰ ਜੇ ਇਸ ਨੂੰ ਸਜ਼ਾ ਨਹੀਂ ਮਿਲਦੀ ਤੇ ਇਸ ਤੋਂ ਬਾਅਦ ਦੂਜੇ ਵੀ ਆਉਣਗੇ, ਦੂਜਿਆਂ ਦੇ ਐਕਸ਼ਨ ਤੋਂ ਬਾਅਦ ਫਿਰ ਰੀਐਕਸ਼ਨ ਸਿੱਖਾਂ ਵਾਲੇ ਪਾਸਿਓਂ ਆਵੇਗਾ ਤੇ ਉਹਦਾ ਜਿਹੜਾ ਰਿਜ਼ਲਟ ਹੈ ਭਿਆਨਕ ਨਿਕਲੇਗਾ। ਸੋ ਇਸ ਕਰਕੇ ਦੰਗਿਆਂ ਦੇ ਮਾਹੌਲ ਬਣਨ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਚਾਹੀਦਾ ਹੈ ਵੀ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਈ ਜਾਵੇ ਜਿਨ੍ਹਾਂ ਨੇ ਧੀਆਂ ਭੈਣਾਂ ਦੇ ਪ੍ਰਤੀ ਬੜੀ ਗੰਦੀ ਭੱਦੀ ਸ਼ਬਦਾਵਲੀ ਵਰਤੀ ਹੈ। ਤੇ ਵੀਰ ਨੇ ਗੱਲ ਕੀਤੀ ਸੀ ਵੀ ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ੇ ਦੇ ਖੋਣ, ਉਹ ਕਿਸੇ ਦੇ ਘਰ ਪੱਥਰ ਨਹੀਂ ਮਾਰਦੇ। ਤੇ ਮੈਂ ਪੁੱਛਿਆ ਸੀ ਗੱਲ ਕਿਹਨਾਂ ਦੀ ਕਰਦੇ ਹੋ, ਉਹ ਕਹਿੰਦੇ ਹਕੂਮਤ ਮੁਗਲਾਂ ਦੀ ਸੀ, ਧੀਆਂ ਭੈਣਾਂ ਚੜਾਈਆਂ ਸਿੱਖਾਂ ਨੇ। ਤੇ ਸਵਾਲ ਪੈਦਾ ਹੋ ਗਿਆ ਵੀ ਉਹ ਧੀਆਂ ਭੈਣਾਂ ਹੈ ਕਿਹਨਾਂ ਦੀਆਂ ਸੀ। ਭਾਵਾਂ ਕਿ ਇਹਨਾਂ ਵੀਰਾਂ ਨੇ ਨਾਂ ਨਹੀਂ ਲਿਆ, ਸਮਝਦਾਰ ਸਰੋਤੇ ਸਮਝ ਜਾਂਦੇ ਨੇ, ਪਰ ਮੇਰਾ ਮੰਨਣਾ ਇਹ ਹੈ ਵੀ ਉਹ ਸਾਰਿਆਂ ਦੀਆਂ ਧੀਆਂ ਭੈਣਾਂ ਸਾਂਝੀਆਂ ਕੀ ਹੁੰਦੀਆਂ ਨੇ ਜੇ ਛੁਡਵਾਈਆਂ। ਉਸ ਤੋਂ ਬਾਅਦ ਜੱਸਾ ਸਿੰਘ ਆਹਲੂਵਾਲੀਆ ਦੇ ਨਾਮ ਦੇ ਨਾਲ ਇੱਕ ਸ਼ਬਦ ਲੱਗ ਗਿਆ ਬੰਦੀ ਛੋੜ, ਜੋ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਬਕਾਇਦਾ ਹਵਾਲੇ ਵਜੋਂ ਦਿੱਤਾ ਹੈ। ਸਾਨੂੰ ਵਿਚਾਰ ਕਰ ਲੈਣੀ ਚਾਹੀਦੀ ਹੈ ਕਿ ਅਸੀਂ ਕਿਹੋ ਜਿਹੇ ਸਮਾਜ ਦਾ ਹਿੱਸਾ ਬਣਨਾ ਹੈ, ਸੱਭਿਅਕ ਸਮਾਜ ਦਾ ਹਿੱਸਾ ਬਣਨਾ ਜਾਂ ਅਸੱਭਿਅਕ ਸਮਾਜ ਦਾ ਹਿੱਸਾ ਬਣਨਾ ਹੈ। ਜੇ ਸੱਭਿਅਕ ਸਮਾਜ ਦਾ ਹਿੱਸਾ ਬਣਨਾ ਹੈ ਤੇ ਸਾਨੂੰ ਆਪਣੀ ਸੋਚ, ਆਪਣੀ ਜ਼ੁਬਾਨ ਇੱਕ ਸੰਜਮ ਦੇ ਵਿੱਚ ਰੱਖਣੀ ਪੈਣੀ ਹੈ। ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਦੁਬਾਰਾ ਹਾਜ਼ਰ ਹੋਵਾਂਗਾ। ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।